ਜੀ ਕੀ ਫਤਿਹ। ਬੇਗਨ ਬਿਨਾਸਨ ਸੋਏ, ਦੇਹ ਆਤਮਾ ਮਿਲ ਇਕ ਭਏ। ਬਿਨ ਵਿਚਾਰ ਕਿਨ ਨਹਿ ਲਖ ਲਏ, ਤਿਨ ਕੋ ਪ੍ਰਿਥ ਮੈਂ ਹੂਤ ਵਿਚਾਰ। ਦਿਨ ਪ੍ਰਤ ਦੇਹ ਨ ਰਹੈ ਇਕ ਸਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ। ਜੋ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਜਿਸ ਡਿਠੇ ਸਭ ਦੁੱਖ ਜਾਏ, ਇਹਨਾਂ ਅਜਮਤਾਂ ਵਡਿਆਈਆਂ ਦੇ ਮਾਲਕ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਯਾਤਰਾ ਕਰਦੇ ਹਾਂ। ਜੁਗੋ ਜੁਗ ਅਟਲ ਛਤਰ ਚਵਰ ਤਖਤ ਦੇ ਮਾਲਕ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ। ਸਤਿਗੁਰੂ ਸਾਰਿਆਂ ਦੀ ਯਾਤਰਾ ਸਫਲ ਕਰਨ। ਹੁਣ ਸਮਾਂ ਹੈ ਗੁਰੂ ਦਰਬਾਰ ਦੇ ਨਿਯਮ ਅਨੁਸਾਰ ਗੁਰੂ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਰਸਨਾ ਪਵਿੱਤਰ ਕਰ ਦੇ ਇੱਕ ਵਾਰ, ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ। ਇਹ ਇਤਿਹਾਸ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਹੈ। ਪ੍ਰਸੰਗ ਹੈ ਭਾਈ ਪਾਰੋ ਜੁਲਕੇ ਦਾ। ਭਾਈ ਪਾਰੋ ਜੁਲਕਾ ਇੱਕ ਬਹੁਤ ਵੱਡਾ ਗੁਰਸਿੱਖ ਹੋਇਆ ਹੈ ਸਿੱਖੀ ਵਿੱਚ। ਆਪਾਂ ਥੋੜੇ ਜਿਹੇ ਨਾਂ ਜਾਣਦੇ ਹਾਂ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਗੁਰਦਾਸ, ਬਾਬਾ ਬੁੱਢਾ, ਭਾਈ ਦਿਆਲਾ ਜੀ, ਭਾਈ ਮਣੀ ਸਿੰਘ, ਭਾਈ ਤਾਰੂ ਸਿੰਘ। ਜਦੋਂ ਕਿ ਇਹ ਜਿਹੜੇ ਅਰਦਾਸ ਦੇ ਸ਼ਬਦ ਨੇ, ਜਿਨੀ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਦੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਇਹਨਾਂ ਸਾਰਿਆਂ ਦਾ ਇਕੁਅਲ ਸਟੇਟਸ ਹੈ। ਇਹ ਕਦੇ ਨਹੀਂ ਸੋਚਣਾ ਕਿ ਜਿਨੇ ਦੇਗ ਚਲਾਈ ਉਹ ਵੱਡਾ ਹੈ, ਜਿਨੇ ਦੇਗ ਚਲਾਈ ਉਹ ਛੋਟਾ ਹੈ, ਜਿਨੇ ਨਾਮ ਜਪਿਆ ਉਹ ਵੱਡਾ ਹੈ, ਜਿਨੇ ਵੰਡ ਛਕਿਆ ਉਹ ਛੋਟਾ ਹੈ।
ਜਿਵੇਂ ਆਮ ਦ੍ਰਿਸ਼ਟੀ ਦੇ ਵਿੱਚ ਆਪਾਂ ਕਹਿੰਦੇ ਆ ਕਿ ਇਸ ਬੱਚੇ ਨੇ ਗ੍ਰੈਜੂਏਸ਼ਨ ਕੀਤੀ ਹੈ, ਇਹ ਪੋਸਟ ਗ੍ਰੈਜੂਏਟ ਹੈ, ਇਸ ਬੱਚੇ ਨੇ PhD ਕੀਤੀ। ਹੁਣ ਕਾਹਦੇ 'ਚ ਕੀਤੀ ਹੈ? ਇਹ ਤੇ ਵਾਲ ਦੀ ਖੱਲ ਉਤਾਰਨ ਵਾਲੀ ਗੱਲ ਹੈ। ਇਹ ਤਾਂ ਮੈਂ ਰੋਜ਼ ਬੇਨਤੀ ਕਰਦਾ ਵੀ ਬਾਹਰਲੇ ਮੁਲਕਾਂ ਵਿੱਚ ਲੋਕ ਇੰਨਾ ਹੀ ਪੁੱਛਦੇ ਨੇ ਵੀ ਤੇਰੀ ਜੌਬ ਠੀਕ ਹੈ। ਇੱਕ ਮੇਰਾ ਹੀ ਮੁਲਕ ਹੈ ਜਿਹਦੇ ਵਿੱਚ ਗੁਰੂ ਨਾਨਕ ਦਾ ਹੁਕਮ ਹੈ ਕਿਰਤ ਕਰਨੀ, ਪਰ ਕ੍ਰਾਈਮ ਕੀ ਹੈ? ਤੂੰ ਕੀ ਜੌਬ ਕਰਦਾ ਹੈ, ਕਿੱਥੇ ਜੌਬ ਕਰਦਾ ਹੈ? ਹੁਣ ਕਿਸੇ ਨੇ ਪੁੱਛਿਆ ਵੀ ਤੇਰੀ ਜੌਬ, ਕਹਿੰਦਾ ਮੇਰੀ ਜੌਬ ਏਅਰਪੋਰਟ ਤੇ ਹੈ। ਕਿਹੜੇ ਏਅਰਪੋਰਟ ਤੇ ਹੈ? ਵੀ ਪਹਿਲਾਂ ਤੇ ਇਹੀ ਕਿਹਾ ਜਾਵੇ ਵੀ ਇਹ ਬੜਾ ਏਅਰਪੋਰਟ ਹੈ, ਜਿੱਥੇ ਤੂੰ ਕਰਦਾ ਤੇ ਛੋਟਾ ਜਿਹਾ ਏਅਰਪੋਰਟ ਹੈ। ਫਿਰ ਏਅਰਪੋਰਟ ਤੇ ਤੇਰੀ ਜੌਬ ਕੀ ਹੈ? ਉਹ ਕਹਿੰਦਾ ਮੇਰੀ ਜੌਬ ਗਰਾਊਂਡ ਸਟਾਫ 'ਚ ਹੈ। ਗਰਾਊਂਡ ਸਟਾਫ 'ਚ ਕੀ ਤੇਰੀ ਜੌਬ ਹੈ? ਮਤਲਬ ਜਿੰਨਾ ਚਿਰ ਵਿਅਕਤੀ ਇਹ ਨਾ ਕਵੇ ਕਿ ਮੈਂ ਬੈਲਟ ਤੋਂ ਟੈਚੀ ਚੁੱਕਦਾ, ਸਾਨੂੰ ਠੰਡ ਨਹੀਂ ਪੈਂਦੀ। ਤੋਹੀਨ ਕਰਨੀ, ਬੇਇੱਜ਼ਤੀ ਕਰਨੀ, ਬੇਪੱਤ ਕਰਨਾ, ਅਪਮਾਨਿਤ ਕਰਨਾ, ਅਗਲੇ ਨੂੰ ਛੋਟਾ ਕਰਕੇ ਵਿਖਾਉਣਾ, ਇਹ ਸਾਡੇ ਵਿੱਚ ਪਾਪ ਹੈ। ਬਾਹਰਲੇ ਮੁਲਕਾਂ 'ਚ ਬਿਲਕੁਲ ਨਹੀਂ ਹੈ। ਔਰ ਤੁਹਾਡੇ ਗੁਰੂ ਗ੍ਰੰਥ ਸਾਹਿਬ ਇਸ ਗੱਲ ਦਾ ਗਵਾਹ ਹੈ। ਹੁਣ ਤੁਸੀਂ ਕਹੋ ਜੀ ਭਗਤ ਸੈਣ ਛੋਟੇ ਨੇ, ਰਵਿਦਾਸ ਵੱਡੇ ਨੇ, ਨਾਮਦੇਵ ਛੋਟੇ ਨੇ, ਕਬੀਰ ਵੱਡੇ ਨੇ, ਇਹ ਮੂਰਖਾਂ ਵਾਲੀਆਂ ਗੱਲਾਂ ਨੇ। ਉਹ ਜੁੱਤੀਆਂ ਗੰਢਦਾ ਸੀ, ਉਹ ਛੋਟਾ ਹੈ। ਉਹ ਲੋਕਾਂ ਦੇ ਨਹੁੰ ਕੱਟਦਾ ਸੀ, ਲੋਕਾਂ ਦੇ ਘਰ ਵਿੱਚ ਦਾਲਾਂ ਸਬਜ਼ੀਆਂ ਬਣਾਉਂਦਾ ਸੀ, ਉਹ ਛੋਟਾ ਹੈ। ਇਹਦਾ ਅਰਥ ਹੈ ਵੀ ਅਸੀਂ ਖੁਦ ਇੰਨੇ ਛੋਟੇ ਹਾਂ ਕਿ ਵੱਡਾ ਸਾਨੂੰ ਦਿਸਦਾ ਹੀ ਨਹੀਂ ਹੈ। ਅਸੀਂ ਆਪ ਹੀ ਇੰਨੇ ਛੋਟੇ ਹਾਂ ਕਿ ਨਾ ਅਸੀਂ ਵੱਡੇ ਨੂੰ ਵੇਖ ਸਕਦੇ ਹਾਂ ਤੇ ਨਾ ਹੀ ਸਾਨੂੰ ਉਹ ਦਿਸਦਾ ਹੈ, ਨਾ ਹੀ ਅਸੀਂ ਬਰਦਾਸ਼ਤ ਕਰ ਸਕਦੇ ਹਾਂ। ਤੋ ਇਸ ਕਥਾ ਦੇ ਵਿੱਚ ਆਉਂਦਾ ਹੈ ਕਿ ਜਿਹੜਾ ਭਾਈ ਪਾਰੋ ਜੁਲਕਾ ਹੈ, ਇਹ ਵੀ ਇੱਕ ਮਹਾਨ ਗੁਰਸਿੱਖ ਹੋਇਆ ਹੈ। ਭਾਈ ਤਾਰੂ ਸਿੰਘ ਵਾਂਗ, ਭਾਈ ਕਨਈਆ ਜੀ ਵਾਂਗ, ਭਾਈ ਮਣੀ ਸਿੰਘ ਜੀ ਵਾਂਗ, ਹੁਣ ਜਿਵੇਂ ਭਾਈ ਲੱਖੀ ਸ਼ਾਹ ਬਣ ਜਾ ਰਿਹਾ ਹੈ, ਇਹ ਕੋਈ ਛੋਟਾ ਜਿਹਾ ਸਿੱਖ ਹੈ। ਪੂਰਾ ਪਰਿਵਾਰ ਉਹਦਾ ਮਾਰ ਦਿੱਤਾ ਗਿਆ ਸੀ। ਗੁਰੂ ਤੇਗ ਬਹਾਦਰ ਸਾਹਿਬ ਦੇ ਸਰੀਰ ਦੇ ਸੰਸਕਾਰ ਵਿੱਚ ਕਿ ਭਾਈ ਜੈਤਾ ਕੋਈ ਨਿੱਕਾ ਜਿਹਾ ਸਿੱਖ ਹੈ? ਸਾਡੀ ਗਲਤੀ ਇਹ ਹੈ ਕਿ ਅਸੀਂ ਹਰ ਇੱਕ ਨੂੰ ਮਾਪਣਾ ਤੋਲਣਾ ਸ਼ੁਰੂ ਕਰ ਦਿੰਦੇ ਹਾਂ, ਜਦੋਂ ਕਿ ਗੁਰੂ ਨੇ ਇਹ ਫੈਸਲਾ ਦਿੱਤਾ ਹੈ ਕਿ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਗੁਰੂ ਕਹਿੰਦਾ ਵੀ ਮੈਂ ਤੇ ਪੁੱਤਰਾਂ ਤੇ ਤੁਹਾਡੇ ਵਿੱਚ ਫਰਕ ਨਹੀਂ ਪਾਉਂਦਾ, ਤੁਸੀਂ ਆਪਣੇ 'ਚ ਇੱਕ ਦੂਜੇ ਨਾਲ ਫਰਕ ਪਾਈ ਜਾਂਦੇ ਹੋ। ਗੁਰੂ ਨੇ ਪੁੱਤਰਾਂ ਤੇ ਸਿੱਖਾਂ ਵਿੱਚ ਫਰਕ ਨਹੀਂ ਪਾਇਆ, ਜਦੋਂ ਕਿ ਫਰਕ ਤੇ ਹੈਗਾ। ਦੁਨੀਆ ਦੇ ਵਿੱਚ ਇਹ ਸੱਚ ਹੈ, ਪੁੱਤਰ ਪੁੱਤਰ ਹੀ ਹੁੰਦੇ ਨੇ, ਸੇਵਕ ਸੇਵਕ ਹੀ ਹੁੰਦੇ ਨੇ, ਪਰ ਇਹ ਸੱਚ ਗੁਰੂ ਨਾਨਕ ਦੇ ਘਰ ਵਿੱਚ ਨਹੀਂ ਹੈ। ਇੱਥੇ ਗੁਰਸਿੱਖਾਂ ਨੂੰ ਬਹੁਤ ਪਿਆਰ ਕੀਤਾ ਗਿਆ ਹੈ, ਬਹੁਤ ਮਾਣ ਦਿੱਤਾ ਗਿਆ ਹੈ। ਇੱਥੇ ਪੰਜਾਂ ਪਿਆਰਿਆਂ ਦਾ ਨਾਂ ਅਰਦਾਸ ਵਿੱਚ ਪਹਿਲਾਂ ਆਉਂਦਾ ਹੈ, ਚਾਰ ਸਾਹਿਬਜ਼ਾਦਿਆਂ ਦਾ ਨਾਮ ਅਰਦਾਸ ਵਿੱਚ ਮਗਰੋਂ ਲਿਆ ਜਾਂਦਾ ਹੈ। ਇਹਦਾ ਅਰਥ ਇਹ ਵੀ ਨਹੀਂ ਵੀ ਸਾਹਿਬਜ਼ਾਦੇ ਛੋਟੇ ਹੋ ਗਏ ਤੇ ਸਿੱਖ ਵੱਡੇ ਹੋ ਗਏ। ਇਹ ਤੇ ਫਿਰ ਮੈਂ ਪਹਿਲਾਂ ਵੀ ਬੇਨਤੀ ਕੀਤੀ ਵੀ ਅਸੀਂ ਆਪ ਹੀ ਇੰਨੇ ਘਟੀਆ ਸੋਚ ਵਾਲੇ ਛੋਟੇ ਬੰਦੇ ਆ। ਸੋਚ ਛੋਟੀ ਹੈ ਤੇ ਇਸ ਕਰਕੇ ਹੈ ਹੀ ਛੋਟੇ ਆ ਅਸੀਂ। ਨਾ ਅਸੀਂ ਕਿਸੇ ਵੱਡੇ ਨੂੰ ਵੇਖ ਸਕਦੇ ਹਾਂ, ਨਾ ਕਿਸੇ ਵੱਡੇ ਦੀ ਵਡਿਆਈ ਨੂੰ ਬਰਦਾਸ਼ਤ ਕਰ ਸਕਦੇ ਹਾਂ।
ਭਾਈ ਪਾਰੋ ਜੁਲਕਾ ਇੱਕ ਮਹਾਨ ਗੁਰਸਿੱਖ ਹੋਏ ਨੇ, ਪਰ ਜਦੋਂ ਗੁਰੂ ਅੰਗਦ ਸਾਹਿਬ ਜੀ ਦੀ ਸ਼ਰਨ ਆਏ ਤੇ ਉਹ ਇੱਕ ਸਧਾਰਨ ਸਿੱਖ ਸਨ, ਅਜੇ ਸ਼ੁਰੂਆਤ ਹੈ। ਆਏ ਨੇ ਤੇ ਗੁਰੂ ਜੀ ਨੂੰ ਪੁੱਛਿਆ, ਜੀ ਪਰਮਹੰਸ ਕੌਣ ਹੁੰਦਾ ਹੈ? ਇਹ ਕਥਾ ਆਪਾਂ ਨੇ ਕੱਲ ਸੁਣੀ ਹੈ। ਗੁਰੂ ਜੀ ਨੇ ਦੱਸਿਆ ਵੀ ਪਹਿਲਾਂ ਪਰਮਹੰਸ ਤੋਂ ਪਹਿਲਾਂ ਤੈਨੂੰ ਪਤਾ ਹੋਣਾ ਚਾਹੀਦਾ ਹੰਸ ਕੌਣ ਹੈ। ਹੰਸ ਇੱਕ ਪੰਛੀ ਹੈ, ਮਾਨ ਸਰੋਵਰ ਤੇ ਰਹਿੰਦਾ ਹੈ, ਹੀਰੇ ਮੋਤੀ ਚੁਗਦਾ ਹੈ। ਜੇ ਉਹਦੇ ਸਾਹਮਣੇ ਦੁੱਧ ਤੇ ਪਾਣੀ ਮਿਲਾ ਕੇ ਰੱਖ ਦਿਓ, ਉਹਦੇ ਕੋਲ ਇੰਨੀ ਸ਼ਕਤੀ ਹੈ, ਉਹ ਪਾਣੀ ਵੱਖਰਾ ਕਰ ਦੇਵੇਗਾ, ਦੁੱਧ ਵੱਖਰਾ ਕਰ ਦੇਵੇਗਾ, ਤੇ ਗੁਣ ਲੈ ਕੇ ਦੁੱਧ ਦੇ ਫੁੱਟ ਖਾ ਕੇ ਉਹ ਆਪਣੇ ਦੇਸ਼ ਉਡਾਰੀ ਮਾਰ ਜਾਏਗਾ। ਉਡੈ ਬਦੇਸ਼ਣ ਦੇਸ਼ਣ ਜਾਹੇ, ਤਜੈ ਅਖਿਲ ਜਲ ਪੈ ਕੋ ਖਾਹੇ। ਪਾਣੀ ਛੱਡ ਦੇਣਗੇ, ਦੁੱਧ ਖਾ ਲੈਣਗੇ। ਇਹ ਹੰਸਾਂ ਦੀ ਬਿਰਤੀ ਹੈ। ਹੁਣ ਇਹ ਤੇ ਹੋਈ ਗੱਲ ਇੱਕ ਦੁਨਿਆਵੀ ਹੰਸ ਦੀ, ਜਿਹੜਾ ਮਾਨ ਸਰੋਵਰ ਤੇ ਰਹਿੰਦਾ ਹੈ। ਹੁਣ ਗੱਲ ਆਈ ਪਰਮਹੰਸ ਦੀ। ਪਰਮਹੰਸ ਹੁੰਦੇ ਨੇ ਸਿੱਖ, ਤੇ ਹੰਸ ਹੁੰਦੇ ਨੇ ਮਾਨ ਸਰੋਵਰ ਤੇ ਪਰਮਹੰਸ ਕਿੱਥੇ ਹੁੰਦੇ ਨੇ ਭਾਈ? ਕਹਿੰਦੇ ਪਰਮਹੰਸ ਹੁੰਦੇ ਨੇ ਗੁਰੂ ਦੇ ਸਰੋਵਰ ਵਿੱਚ। ਹੁਣ ਗੁਰੂ ਦਾ ਸਰੋਵਰ ਕੀ ਹੈ? ਗੁਰੂ ਦਾ ਸਰੋਵਰ ਸ਼ਬਦ ਹੈ, ਗੁਰਬਾਣੀ ਹੈ। ਮਾਨਸ ਗੁਰੂ ਸ਼ਬਦ ਕੇ ਮਾਹੀ, ਲੇਤ ਆਹਾਰ ਅਪਾਰ ਰਹਾਹੀ। ਜਿਹੜੇ ਗੁਰੂ ਦੇ ਸਿੱਖ ਨੇ ਉਹ ਸ਼ਬਦ ਦੇ ਮਾਨ ਸਰੋਵਰ ਵਿੱਚ ਰਹਿੰਦੇ ਨੇ, ਔਰ ਇੱਥੇ ਰਹਿੰਦੇ ਆ। ਉਹਨਾਂ ਦੇ ਉੱਤੇ ਬਖਸ਼ਿਸ਼ ਹੁੰਦੀ ਹੈ, ਉਹਨਾਂ ਦੇ ਹਿਰਦੇ ਵਿੱਚ ਹਮੇਸ਼ਾ ਹੁਲਾਸ ਹੁੰਦਾ ਹੈ, ਖੇੜਾ। ਦੇਖੋ ਹਰ ਚੀਜ਼ ਦੀ ਪਹਿਚਾਨ ਹੈ। ਚੌਲ ਵੀ ਬਣ ਜਾਣ ਨਾ, ਤੇ ਅਨਾੜੀ ਆਦਮੀ ਹੈ, ਉਹ ਚੌਲ ਮੂੰਹ ਚ ਪਾ ਕੇ ਤੁਹਾਨੂੰ ਖਾ ਕੇ ਦੱਸੇਗਾ ਵੀ ਬਣੇ ਤੇ ਕਿੰਨੇ ਕੁ ਸਵਾਦ ਨੇ। ਪਰ ਜਿਹੜੇ ਇਸ ਕਲਾ ਵਿੱਚ ਸੰਪੂਰਨ ਨੇ, ਮੈਂ ਐਸੀਆਂ ਸੁਆਣੀਆਂ ਵੀ ਵੇਖੀਆਂ, ਆਪਣੀ ਮਾਂ ਨੂੰ ਵੀ ਖੁਦ ਵੇਖਿਆ ਮੈਂ। ਕੜਛੀ ਮਾਰਦਿਆਂ ਮਾਰਦਿਆਂ ਜਾਂ ਕੜਾਈ 'ਚ ਚੌਲ ਬਣਾਏ ਤੇ ਉਹ ਖੁਰਪਾ ਜਿਹਾ ਮਾਰਦਿਆਂ ਮਾਰਦਿਆਂ 2 ਦਾਣੇ ਹੱਥ 'ਚ ਫੜਨੇ, ਕਹਿਣਾ ਲੈ ਪੁੱਤ ਚੌਲ ਤਾਂ ਬਣ ਗਏ। ਤੁਸੀਂ ਵੇਖਿਆ ਹੋਣਾ ਕੰਟੀਨ ਤੇ ਚਾਹ ਬਣਾਉਣ ਵਾਲੇ ਨੂੰ, ਮੇਰੇ ਵਰਗਾ ਦੀ ਗਲਾਸੀ ਪੀ ਕੇ ਫਿਰ ਚਾਹ ਦਾ ਭਾਅ ਦੱਸਦਾ ਵੀ ਕਿਹੋ ਜਿਹੀ ਹੈ। ਤੇ ਉਹ ਵਿਅਕਤੀ ਆਪਣੀ ਸਕਿਨ ਦੇ ਉੱਪਰ ਇੱਕ ਤੁਬਕਾ ਸੁੱਟਦਾ, ਇੱਕ ਡ੍ਰੌਪ, ਉਹ ਵੀ ਹੱਥ ਦੇ ਪਿਛਲੇ ਪਾਸੇ, ਤੇ ਉਹਨੂੰ ਆਪਣੀ ਜ਼ੁਬਾਨ ਨਾਲ ਚੱਖਦਾ ਹੈ, ਤੇ ਉਸੇ ਵੇਲੇ ਗਲਾਸੀਆਂ 'ਚ ਪਾ ਕੇ ਸਰਵ ਕਰ ਦਿੰਦਾ ਹੈ। ਤੇ ਪੀਣ ਵਾਲੇ ਕਹਿੰਦੇ ਵੀ ਭਰਾ ਚਾਹ ਤੇ ਕਮਾਲ ਦੀ ਬਣਾਈ ਹੈ ਤੂੰ। ਸਿਰਫ ਇੱਕ ਬੂੰਦ ਦਾ ਉਹਨੇ ਟੇਸਟ ਕੀਤਾ। ਜਿਹੜੇ ਸਿੱਖ ਨੇ ਉਹ ਆਨੰਦ ਹੁਲਾਸ ਵਿੱਚ ਰਹਿੰਦੇ ਨੇ। ਇਹ ਪਰਿਭਾਸ਼ਾ ਹੈ, ਇਹ ਪਹਿਚਾਨ ਹੈ। ਹੁਣ ਤੁਸੀਂ ਵੇਖਿਆ ਹੋਣਾ, ਰੋਂਦੇ ਕਰਲਾਉਂਦੇ ਵੀ ਲੋਕ ਕਹੀ ਜਾਂਦੇ ਨੇ ਮੈਂ ਸਿੱਖ ਹਾਂ। ਸਿੱਖ ਰੋਣ ਕਰਲਾਉਣ ਵਾਲੇ ਦਾ ਤੇ ਨਾਂ ਹੀ ਨਹੀਂ ਹੈ। ਚਰਖੜੀ ਤੇ ਚੜਨ ਵਾਲਾ ਕਦੇ ਨਹੀਂ ਰੋਇਆ, ਖੋਪਰੀ ਲਵਾਉਣ ਵਾਲਾ ਕਦੇ ਨਹੀਂ ਰੋਇਆ, ਬੰਦ ਬੰਦ ਕਟਾਉਣ ਵਾਲਾ ਨਹੀਂ ਕਦੇ ਰੋਇਆ, ਤੇ ਮੇਰੇ ਵਰਗਾ ਗੋਲਕ ਦੇ ਕੋਲ ਖਲੋ ਕੇ ਰੋਈ ਜਾਂਦਾ। ਅਸਲ ਵਿੱਚ ਉਹਦੀ ਮਾਇਆ ਚਲੀ ਗਈ ਹੈ। ਉਹ ਸਿੱਖ ਨਹੀਂ ਹੈ, ਇਹ ਵਪਾਰੀ ਹੈ। ਮਾਇਆ ਗਈ ਤਬ ਰੋਵਣ ਲਗਤ ਹੈ, ਇਹ ਤੇ ਵਪਾਰੀ ਦਾ ਕੰਮ ਹੈ। ਇੱਕ ਬੜੀ ਸਿੱਖਿਆਦਾਇਕ ਕਥਾ ਹੈ ਕਿ ਇੱਕ ਆਦਮੀ ਕੁਝ ਲੱਭ ਰਿਹਾ ਹੈ, ਉਧਰੋਂ ਨਿਹੰਗ ਸਿੰਘ ਆ ਗਿਆ। ਉਹ ਕਹਿਣ ਲੱਗੇ ਵੀ ਸਿੰਘਾ ਕੀ ਗਵਾਚਾ ਹੀ? ਕਹਿਣ ਲੱਗਾ ਜੀ ਕੜਾ ਗਵਾਚ ਗਿਆ। ਹੁਣ ਤੁਸੀਂ ਵੇਖਿਆ ਹੀ ਹੈ ਨਿਹੰਗ ਸਿੰਘਾਂ ਦਾ ਕਿ
ਉਹ ਹਮੇਸ਼ਾ ਹੀ ਫੁੱਲ ਡਰੈਸ ਹੁੰਦੇ ਨੇ, ਗੜਵਾ ਵੀ, ਵਰਸ਼ਾ ਵੀ, ਗਾਤਰੇ ਵਾਲੀ ਕਿਰਪਾਨ ਵੱਖਰੀ, ਵੱਡਾ ਤੇਗਾ ਵੀ, ਫਿਰ ਉਹਨਾਂ ਦੇ ਕੋਲ ਬਸਤਰ ਵੀ ਕੋਲ ਹੀ ਹੁੰਦੇ ਨੇ। ਇੱਕ ਬੜੀ ਹਾਸ-ਰਸ ਗੱਲ ਹੈ ਕਿ ਨਿਹੰਗ ਸਿੰਘ ਦਰਖਤ ਤੇ ਫਲ ਤੋੜਨ ਲਈ ਚੜ੍ਹਿਆ ਤੇ ਸਮਾਨ ਨਾਲ ਹੀ, ਤੋ ਕਿਸੇ ਨੇ ਹਾਸੇ ਨਾਲ ਕਹਿਤਾ ਵੀ ਬਾਬਾ ਸਮਾਨ ਤੇ ਥੱਲੇ ਛੱਡ ਦੇ। ਕਹਿੰਦਾ ਜੇ ਉੱਤੋਂ ਹੀ ਮਹਾਰਾਜ ਨੇ ਬੁਲਾ ਲਿਆ ਤੇ ਕਹਿੰਦਾ ਸਮਾਨ ਥੱਲੇ ਚੁੱਕਣ ਆਵਾਂਗਾ। ਹੁਣ ਨਿਹੰਗ ਸਿੰਘ ਤਾਂ ਫੁੱਲ ਡਰੈਸ ਹੁੰਦੇ ਨੇ, ਸਭ ਕੁਝ ਉਹਨਾਂ ਦੇ ਕੋਲ ਹੀ ਹੁੰਦਾ ਹੈ, ਤੇ ਉਨੀ ਕੀ ਉਹਨਾਂ ਦੀ ਦੁਨੀਆ ਹੁੰਦੀ ਹੈ। ਤੇ ਉਹ ਵੀ ਮਦਦ ਕਰਨ ਲੱਗ ਗਏ ਵੀ ਸਿੰਘ ਦਾ ਕੜਾ ਗਵਾਚ ਗਿਆ ਤੇ ਕੜਾ ਨਹੀਂ ਲੱਭਿਆ। ਤੇ ਨਿਹੰਗ ਸਿੰਘਾਂ ਨੇ ਕਈ ਕੜੇ ਪਾਏ ਹੁੰਦੇ ਨੇ, ਇੱਕ ਕੜਾ ਉਤਾਰਿਆ, ਕਹਿਣ ਲੱਗਾ ਲੈ ਬਈ ਤੂੰ ਆ ਪਾ ਲੈ। ਉਹ ਕਹੇ ਨਹੀਂ ਬਾਬਾ ਜੀ, ਨਹੀਂ ਬਾਬਾ ਜੀ, ਮੇਰਾ ਕੜਾ ਸੋਨੇ ਦਾ ਹੈ। ਕਹਿੰਦਾ ਓਏ ਕਮਲਿਆ, ਐਵੇਂ ਮੇਰਾ ਇੰਨਾ ਟਾਈਮ ਫੌਜਾਂ ਦਾ ਖਰਾਬ ਕੀਤਾ ਹੀ। ਅਸੀਂ ਸੋਚਿਆ ਵੀ ਗੁਰੂ ਵਾਲਾ ਕੜਾ ਗਵਾਚ ਗਿਆ, ਮੈਂ ਸਾਨੂੰ ਕੀ ਪਤਾ ਸੋਨੇ ਦਾ ਕੜਾ ਗਵਾਚਿਆ। ਸੋਨੇ ਦੇ ਕੜੇ ਦੀ ਪਰਵਾਹ ਸਿੱਖ ਨਹੀਂ ਕਰਦਾ, ਸਿੱਖ ਨੂੰ ਪਰਵਾਹ ਗੁਰੂ ਵਾਲੇ ਕੜੇ ਦੀ ਹੈ। ਜਿਹੜੇ ਸਿੱਖ ਹੁੰਦੇ ਨੇ ਨਾ, ਉਹ ਤਾਂ ਆਪਣੇ ਕੰਮ ਧੰਦੇ ਦੇ ਵਿੱਚ ਵੀ ਲਿਖ ਲੈਂਦੇ ਨੇ ਕਿ ਮੇਰਾ ਕਲਗੀਆਂ ਵਾਲਾ ਨਹੀਂ ਰੁੱਸਣਾ ਚਾਹੀਦਾ। ਦੁਨੀਆ ਰੁੱਸਦੀ ਤੇ ਰੁੱਸ ਜਾਏ, ਦੁਨੀਆ ਤੋਂ ਲੈਣਾ ਕੀ ਹੈ। ਇਹ ਜਿਹੜੇ ਸੰਸਾਰੇ ਕੇ ਕੁਟੰਬ ਮਿੱਤਰ ਭਾਈ ਦੀਸੈ ਮਨ ਮੇਰੇ ਤੇ ਸਭ ਆਪਣੇ ਸਵਾਏ ਮਲਾਸਾ, ਇਹ ਮਤਲਬ ਹੀ ਇਕੱਠ ਹੈ। ਅੱਜ ਕੱਲ੍ਹ ਪਾਰਟੀਆਂ, ਇੱਕ ਸ਼ਬਦ ਬੜਾ ਸੋਹਣਾ ਆਇਆ, ਉਹਨੂੰ ਕਹਿੰਦੇ ਨੇ ਅਲਾਇੰਸ। 5-7 ਪਾਰਟੀਆਂ ਰਲ ਕੇ ਸਰਕਾਰ ਬਣਾ ਲਈ ਤੇ ਉਹਨੂੰ ਕਹਿ ਦਿੱਤਾ ਅਲਾਇੰਸ। ਇਹ ਜਿਹੜੀ ਸਾਡੀ ਹੈ ਨਾ ਰਿਸ਼ਤੇਦਾਰੀ, ਜਿਹੜਾ ਸਾਡਾ ਭਾਈਚਾਰਾ ਹੈ, ਇਹ ਜਿਹੜਾ ਅਸੀਂ ਭੈਣਾਂ ਭਰਾਵਾਂ ਵਾਲਾ ਇੱਕ ਢਾਂਚਾ ਲੈ ਕੇ ਤੁਰੇ ਹੋਏ ਆ, ਇਹ ਵੀ ਅਲਾਇੰਸ ਹੈ। ਜਿੰਨਾ ਚਿਰ ਜਿਹਦੇ ਤੋਂ ਕੰਮ ਸਰਦਾ ਹੈ ਉਹਨਾਂ ਚਿਰ ਅਸੀਂ ਇਕੱਠੇ ਆ। ਜਿਹਦਾ ਜਿੱਥੋਂ ਕੰਮ ਹੋਣੋਂ ਹਟ ਜਾਏਗਾ ਉਹ ਉੱਥੋਂ ਹੀ ਘੁੰਮ ਜਾਏਗਾ। ਉਹ ਕਹੂਗਾ ਜੀ ਮੇਰਾ ਤੇ ਪਰਿਵਾਰ 'ਚ ਦਮ ਘੁੱਟਦਾ ਸੀ, ਜਿਵੇਂ ਪਾਰਟੀ 'ਚ ਦਮ ਘੁੱਟਣ ਲੱਗ ਜਾਂਦਾ ਹੈ ਨਾ ਅਲਾਇੰਸ ਵਾਲਿਆਂ ਦਾ, ਫਿਰ ਉਹ ਛੱਡਣ ਲੱਗ ਜਾਂਦੇ ਨੇ। ਇਵੇਂ ਰਿਸ਼ਤੇਦਾਰ ਵੀ ਛੱਡ ਕੇ ਭੱਜ ਜਾਂਦੇ ਨੇ। ਭਾਈ ਪਾਰੋ ਜੁਲਕੇ ਨੂੰ ਗੁਰੂ ਅੰਗਦ ਦੇ ਪਿਤਾ ਜੀ ਪਰਮਹੰਸ ਦੀ ਸਿੱਖਿਆ ਦਿੰਦੇ ਨੇ। ਦੇਹ ਆਤਮਾ ਮਿਲ ਇੱਕ ਭਏ, ਬਿਨ ਵਿਚਾਰ ਕਿਨ ਨਹਿ ਲਖ ਲਏ। ਅਸਲ ਵਿੱਚ ਭਾਈ ਪਾਰੋ ਜੁਲਕਾ ਦੇਹ ਤੇ ਆਤਮਾ, ਇਹ ਦੋ ਚੀਜ਼ਾਂ ਦਾ ਸੰਗਮ ਹੈ। ਸਰੀਰ ਵੱਖਰਾ ਹੈ, ਆਤਮਾ ਵੱਖਰੀ ਹੈ। ਪਰ ਜਦੋਂ ਆਤਮਾ ਤੇ ਸਰੀਰ ਦੋਵੇਂ ਇਕੱਠੇ ਹੁੰਦੇ ਨੇ ਤੇ ਮਨੁੱਖ ਬਣਦਾ ਹੈ। ਉਹਦੇ ਤੋਂ ਇੱਕ ਮਨੁੱਖ ਦੀ, ਇੱਕ ਮਨੁੱਖ ਦੀ ਹੋਂਦ, ਉਹਦੀ ਇੱਕ ਘਾੜਤ ਜਿਹੜੀ ਹੈ ਉਹ ਸੰਸਾਰ ਦੇ ਸਾਹਮਣੇ ਆਉਂਦੀ ਹੈ। ਤਿਨ ਕੋ ਪ੍ਰਿਥਮੈ ਹੋਤ ਵਿਚਾਰ, ਦਿਨ ਪ੍ਰਤ ਦੇਹ ਨ ਰਹੈ ਇੱਕ ਸਾਰ। ਤਿੰਨ ਕੋ ਪ੍ਰਥਮੈ ਹੋਤ ਵਿਚਾਰ, ਸਾਰਿਆਂ ਤੋਂ ਪਹਿਲਾਂ ਇਸ ਗੱਲ ਦੀ ਵਿਚਾਰ ਜਿਹੜੀ ਹੈ ਉਹ ਕਰ ਲੈਣੀ ਚਾਹੀਦੀ ਹੈ ਕਿ ਦਿਨ ਪ੍ਰਤ ਦੇਹ ਨ ਰਹੈ ਇੱਕ ਸਾਰ। ਵੇਖੋ ਆਤਮਾ ਕਦੇ ਬੱਚਾ ਨਹੀਂ ਸੀ, ਆਤਮਾ ਕਦੇ ਜਵਾਨ ਨਹੀਂ ਹੋਈ, ਆਤਮਾ ਨੇ ਕਦੇ ਬੁੱਢੇ ਨਹੀਂ ਹੋਣਾ, ਆਤਮਾ ਕਦੇ ਜੰਮੀ ਵੀ ਨਹੀਂ, ਆਤਮਾ ਨੇ ਕਦੇ ਮਰਨਾ ਵੀ ਨਹੀਂ। ਗੁਰਬਾਣੀ ਦੇ ਵਿੱਚ ਇੱਕ ਪੰਕਤੀ ਆਉਂਦੀ ਹੈ, ਗਡੰਦਿਆਂ 6 ਮਾਹ, ਜਦੋਂ ਮਾਂ ਦੇ ਪੇਟ ਵਿੱਚ ਨਿੰਮੇ ਹੋਏ ਬੱਚੇ ਨੂੰ 6 ਮਹੀਨੇ ਹੋ ਜਾਂਦੇ ਨੇ। 6 ਮਹੀਨੇ ਮਾਤਾ ਦੇ ਗਰਭ ਧਾਰਨ ਕਰਨ ਤੋਂ ਬਾਅਦ 6 ਮਹੀਨਿਆਂ ਦਾ ਵਕਤ ਲੰਘਦਾ ਹੈ,
ਉਦੋਂ ਸਰੀਰ ਵਿੱਚ ਆਤਮਾ ਪ੍ਰਵੇਸ਼ ਕਰਦੀ ਹੈ। ਗਡੰਦਿਆਂ 6 ਮਹੀਨੇ ਲੱਗੇ ਨੇ। ਉਸ ਤੋਂ ਪਹਿਲਾਂ ਉਹ ਸਿਰਫ ਇੱਕ ਮਾਸ ਦਾ ਲੋਥੜਾ ਸੀ ਉਹ ਬੱਚਾ। ਉਸ ਤੋਂ ਬਾਅਦ ਉਹ ਬੱਚੇ ਦੇ ਵਿੱਚ ਮੂਵਮੈਂਟ ਸ਼ੁਰੂ ਹੋ ਗਈ, ਉਹਨੇ ਘੁੰਮਣਾ ਸ਼ੁਰੂ ਕਰ ਦਿੱਤਾ। ਹੁਣ ਇਹ ਗੁਰਬਾਣੀ ਦੇ ਵਿੱਚ ਇੱਕ ਸਵਾਲ ਵੀ ਹੈ, ਮੋਹੇ ਅਚਰਜ ਭਇਓ। ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਵੀ ਮੈਨੂੰ ਇਸ ਗੱਲ ਦੀ ਬੜੀ ਹੈਰਾਨਗੀ ਹੈ, ਇਹ ਜੀ ਆਏ ਕਹਾਂ ਗਏ ਹੋ। ਹੁਣ ਚਲੋ ਮਾਂ ਦੇ ਗਰਭ ਦੀ ਗੱਲ ਤੇ ਅਸੀਂ ਫਿਰ ਤੁਸੀਂ ਕਹੋਗੇ ਵੀ ਸਮਝ ਗਏ ਜੀ, ਆਤਮਾ ਮਾਂ ਦੇ ਮੂੰਹ ਵਿੱਚੋਂ ਪ੍ਰਵੇਸ਼ ਕੀਤੀ ਹੋਏਗੀ, ਮਾਂ ਦੇ ਨੱਕ ਵਿੱਚੋਂ ਪ੍ਰਵੇਸ਼ ਕੀਤੀ ਹੋਏਗੀ। ਹੁਣ ਤੁਹਾਡੇ ਸਾਹਮਣੇ ਮੁਰਗੀ ਆਂਡਾ ਦਿੰਦੀ ਹੈ, ਆਂਡਾ ਬਿਲਕੁਲ ਬੰਦ ਹੈ, ਉਸੇ ਆਂਡੇ ਦੇ ਵਿੱਚੋਂ ਚੂਚਾ ਨਿਕਲਦਾ ਹੈ। ਉਸੇ ਆਂਡੇ ਵਿੱਚੋਂ, ਜਿਹੜੇ ਆਂਡੇ ਨੂੰ ਰੋਜ਼ ਲੋਕ ਉਬਾਲ ਕੇ ਫਰਾਈ ਕਰਕੇ ਖਾਂਦੇ ਨੇ। ਹੁਣ ਉਹ ਜਿਹੜਾ ਜਦੋਂ ਆਂਡਾ ਟੁੱਟਦਾ ਹੈ, ਜਦੋਂ ਉਹਦੇ ਵਿੱਚੋਂ ਚੂਚਾ ਨਿਕਲਦਾ ਹੈ, ਕਿ ਉਹ ਕੋਈ 2-4 ਘੰਟੇ ਬੇਹੋਸ਼ ਰਹਿੰਦਾ ਹੈ, ਕਿ ਉਦੋਂ ਬਾਅਦ ਉਹਦੀਆਂ ਅੱਖਾਂ ਦੀ ਕੋਈ ਸਰਜਰੀ ਹੁੰਦੀ ਹੈ, ਉਹਦੇ 'ਚ ਕੋਈ ਡ੍ਰੌਪਸ ਪਾਉਣੇ ਪੈਂਦੇ ਨੇ, ਕਿ ਚੂਚੇ ਦੇ ਜਿਹੜੇ ਪੈਰ ਨੇ ਉਹਨਾਂ ਨੂੰ ਥੋੜ੍ਹਾ ਜਿਹਾ ਵਾਰਮ ਅਪ ਹੋਣਾ ਪੈਂਦਾ, ਜਿਵੇਂ ਐਥਲੀਟ ਜਾ ਕੇ ਗਰਾਊਂਡ ਵਿੱਚ ਕਰਦੇ ਨੇ ਨਾ, ਉਹ ਜੰਮਦੇ ਰੁੜਨੇ ਸ਼ੁਰੂ ਹੋ ਜਾਂਦੇ ਨੇ। ਕਿਆ ਖੇਡ ਹੈ। ਮਨੁੱਖ ਦਾ ਬੱਚਾ ਪੈਦਾ ਹੁੰਦਾ ਹੈ, ਬਕਾਇਦਾ ਉਹਦੇ ਲਈ ਇੱਕ ਲੇਬਰ ਰੂਮ ਬਣਾਇਆ ਗਿਆ ਹੈ, ਬਕਾਇਦਾ ਉਹਦੇ ਲਈ ਇੱਕ ਸਟਾਫ ਜਿਹੜਾ ਹੈ ਉਹ ਫਿਕਸ ਕੀਤਾ ਗਿਆ ਹੈ। ਪਰ 84 ਲੱਖ ਜੂਨਾਂ ਦੇ ਬੱਚੇ ਪੈਦਾ ਹੁੰਦੇ ਨੇ, ਇਕੱਲੇ ਬੰਦੇ ਦੇ ਥੋੜ੍ਹਾ ਹੁੰਦੇ ਨੇ। ਵੱਡੇ ਵੱਡੇ ਜਾਨਵਰਾਂ ਦੇ ਬੱਚੇ ਪੈਦਾ ਹੁੰਦੇ। ਅੱਜ ਤੁਸੀਂ ਫੇਸਬੁੱਕ ਤੇ ਵੀਡੀਓ, YouTube ਤੇ ਜਾ ਕੇ ਤੁਸੀਂ ਵੇਖ ਸਕਦੇ ਹੋ, ਉੱਤੋਂ ਬੱਚਾ ਡਿੱਗਦਾ ਹੈ ਜਦੋਂ ਬੱਚੇ ਦਾ ਜਨਮ ਹੁੰਦਾ ਹੈ। ਕੋਈ ਲੱਤ ਨਹੀਂ ਟੁੱਟਦੀ, ਕੋਈ ਬਾਂਹ ਨਹੀਂ ਟੁੱਟਦੀ, ਕੋਈ ਅੱਖ ਨਹੀਂ ਖਰਾਬ ਹੁੰਦੀ, ਕੋਈ ਉਹਨੂੰ ਕੱਪੜੇ 'ਚ ਲਪੇਟਦਾ ਨਹੀਂ ਹੈ, ਕੋਈ ਉਹਨੂੰ ਗਰਮ ਪਾਣੀ 'ਚ ਨਵਾਉਂਦਾ ਨਹੀਂ ਹੈ। ਮਾਂ ਹੀ ਚੱਟ ਕੇ ਉਹਨੂੰ ਤੋਰ ਲੈਂਦੀ ਹੈ, ਕਹਿੰਦੀ ਆਪ ਪੁੱਤ ਚੱਲੀਏ, ਇੱਕ ਤੂੰ ਹੈ ਤੇ ਇੱਕ ਮੈਂ ਹੈ, ਤੀਜਾ ਤੇ ਕੋਈ ਨਹੀਂ ਹੈ, ਤੀਜਾ ਤੇ ਉਹ ਰੱਬ ਹੀ ਹੈ ਜਿਹਨੇ ਤੈਨੂੰ ਪੈਦਾ ਕੀਤਾ। ਹੁਣ ਦੱਸੋ ਇਹ ਇੱਥੇ ਸਾਇੰਸ ਕੀ ਕਰੇਗੀ, ਇੱਥੇ ਗਿਆਨ ਵਿਗਿਆਨ ਕੀ ਕਰੇਗਾ। ਦੁੱਖ ਦੀ ਗੱਲ ਹੈ, ਜਿਹੜਾ 4 ਅੱਖਰ ਪੜ੍ਹ ਜਾਂਦਾ ਹੈ, ਉਹ ਇੱਕ ਗੱਲ ਬਣੀ ਹੈ ਪਿੰਡਾਂ 'ਚ, ਕਹਿੰਦੇ ਮਾਂ ਜੇ ਮੈਂ ਥਾਣੇਦਾਰ ਬਣ ਗਿਆ, ਤੇ ਮਾਂ ਨੇ ਬੜੇ ਸ਼ੌਕ ਨਾਲ ਪੁੱਛਿਆ ਵੀ ਹਾਂ ਪੁੱਤ ਫਿਰ ਕੀ ਕਰੇਗਾ, ਕਹਿੰਦਾ ਬੇਬੇ ਪਹਿਲਾਂ ਤੈਨੂੰ ਹੀ ਕੁੱਟੂਗਾ। ਉਹ ਹਾਲਤ ਸਾਡੀ ਹੈ। ਮਾਂ ਮਰ ਗਈ, ਗੁਰਦੁਆਰਿਆਂ 'ਚ ਅਰਦਾਸਾਂ ਕਰਦੀ, ਤੇ ਪੁੱਤਰ ਸਾਇੰਟਿਸਟ ਬਣ ਕੇ ਕਹਿੰਦਾ ਗੁਰਦੁਆਰੇ ਕੀ ਲੈਣ ਜਾਣਾ ਹੈ। ਇਸੇ ਕਰਕੇ ਫਿਰ ਮਹਾਰਾਜ ਨੇ ਬਾਣੀ 'ਚ ਕਿਹਾ ਸੀ ਕਿ ਜਿਹੇ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਭਈ ਮਹਿਤਾਰੀ। ਇਹੋ ਜਿਹੇ ਤਰਕਸ਼ੀਲ ਜਿਹੜੇ ਬੱਚੇ ਪੈਦਾ ਹੁੰਦੇ ਨੇ, ਚੰਗਾ ਹੋਵੇ ਜੇ ਉਹਨਾਂ ਨੂੰ ਜਨਮ ਦੇਣ ਵਾਲੀ ਮਾਂ ਬਾਂਝ ਰਹਿ ਜਾਏ। ਕਿਉਂਕਿ ਇਹਨਾਂ ਬੱਚਿਆਂ ਨੇ ਧਰਮ ਨੂੰ ਹੀ ਚੈਲੰਜ ਕੀਤਾ, ਕਿਸੇ ਨੂੰ ਨਹੀਂ ਕੀਤਾ। ਨਾ ਚੰਦਰਮਾ ਨੂੰ ਚੈਲੰਜ ਕੀਤਾ, ਨਾ ਸੂਰਜ ਨੂੰ ਕੀਤਾ, ਨਾ ਤਾਰਿਆਂ ਨੂੰ ਕੀਤਾ, ਨਾ ਅੱਗ ਨੂੰ ਕੀਤਾ। ਜਾ ਕੇ ਅੱਗ ਨੂੰ ਕਹਿਣ ਖਾਂ ਵੀ ਤੂੰ ਕੌਣ ਹੈਗੀ ਹੈ, ਜੇ ਨਾ ਸਾੜ ਕੇ ਛੱਡੇ ਤੇ ਮੈਨੂੰ ਕਹਿ ਦਿਓ। ਪਾਣੀ ਨੂੰ ਕਹਿਣ ਜਾ ਕੇ ਨਾ ਰੋੜ ਕੇ ਲੈ ਕੇ ਜਾਵੇ ਤੇ ਫਿਰ ਦੱਸਿਓ ਭਾਈ। ਇੱਕ ਧਰਮ ਹੀ ਰਹਿ ਗਿਆ, ਬਸ 4 ਅੱਖਰ ਪੜ੍ਹ ਲੈ। ਧਰਮ ਕੀ ਹੈ ਜੀ? ਇਹ ਤੇ ਪਖੰਡ ਹੈ ਜੀ। ਇਹ ਠੀਕ ਹੈ, ਕੋਈ ਮੇਰੇ ਵਰਗਾ ਪੁਜਾਰੀ ਪਖੰਡੀ ਹੋ ਸਕਦਾ, ਧਰਮ ਪਖੰਡ ਨਹੀਂ ਹੈ। ਮੇਰੇ ਵਰਗਾ ਵਿਅਕਤੀ ਪੈਸੇ ਇਕੱਠੇ ਕਰਨ ਲਈ 100 ਤਰੀਕਿਆਂ ਦੇ ਅਡੰਬਰ ਕਰ ਸਕਦਾ ਹੈ, ਪਰ ਇਹਦਾ ਅਰਥ ਇਹ ਥੋੜ੍ਹਾ ਵੀ ਧਰਮ ਹੀ ਅਡੰਬਰ ਹੈ। ਧਰਮ ਅਡੰਬਰ ਨਹੀਂ ਹੈ।
ਇਹ ਗਲਤੀ ਹੈ ਕਿ ਧਰਮ ਨਾ ਅਸੀਂ ਖੁਦ ਸਮਝਿਆ ਨਾ ਅਸੀਂ ਸਮਝਾਇਆ। ਜਿਵੇਂ ਹੁਣ ਵੀ ਆਪਾਂ ਆਏ ਆ ਜਿਹੜੀ ਕਥਾ ਅੱਜ ਹੋ ਰਹੀ ਹੈ, ਕਈਆਂ ਦਾ ਤੇ ਉਦਾਂ ਹੀ ਦਿਮਾਗੀ ਐਕਸੀਡੈਂਟ ਹੋ ਜਾਣਾ ਵੀ ਇਹ ਗਿਆਨੀ ਜੀ ਕਿਹੜੇ ਪਾਸੇ ਲੱਗੇ ਹੋਏ ਨੇ। ਕਈਆਂ ਨੂੰ ਤਾਂ ਐਂ ਲੱਗਣਾ ਵੀ ਅੱਜ ਇਹਨੂੰ ਇਹਦੀ ਘਰ ਵਾਲੀ ਨੇ ਰੋਟੀ ਨਹੀਂ ਦਿੱਤੀ ਹੋਣੀ, ਅੱਜ ਬਹੁਤਾ ਹੀ ਹੋਰ ਹੀ ਪਾਸੇ ਤੁਰਿਆ ਹੋਇਆ ਸੀ। ਨਹੀਂ, ਵਾਸਤਵ ਦੇ ਵਿੱਚ ਧਰਮ ਹੈ ਹੀ ਹੈ। ਗੁਰਦੁਆਰੇ ਦਾ ਮੀਨਿੰਗ ਹੀ ਇਹ ਹੈ ਕਿ ਗੁਰਦੁਆਰੇ ਹੋਏ ਸੋਝੀ ਪਾਏ ਸੀ। ਅਸੀਂ ਸੋਚਦੇ ਵੀ ਗੁਰਦੁਆਰੇ ਆਉਣ ਦਾ ਅਰਥ ਇਹ ਹੈ ਵੀ ਸਾਰੀ ਫ੍ਰੀ ਫੈਸਿਲਿਟੀ, ਜੁੱਤੀ ਪਾਲਿਸ਼ ਤੋਂ ਲੈ ਕੇ ਸਰਾਂ ਤੱਕ, ਲੰਗਰ ਤੱਕ, ਨਹਾਉਣ ਧੋਣ ਤੱਕ, ਦਵਾਈ ਬੂਟੀ ਤੱਕ ਸਭ ਫ੍ਰੀ। ਨਹੀਂ, ਗੁਰਦੁਆਰੇ ਦਾ ਅਰਥ ਇਹ ਸੀ ਕਿ ਗੁਰਦੁਆਰੇ ਆਉਂਦਿਆਂ ਆਉਂਦਿਆਂ ਸਾਨੂੰ ਗਿਆਨ ਹੋ ਜਾਂਦਾ, ਸਮਝ ਆ ਜਾਂਦੀ। ਗੁਰੂ ਅੰਗਦ ਸਾਹਿਬ ਕਹਿਣ ਲੱਗੇ, ਭਾਈ ਪਾਰੋ ਜੁਲਕਾ, ਜਿਹੜਾ ਗੁਰਸਿੱਖ ਹੁੰਦਾ ਹੈ ਉਹ ਹੁਲਾਸ ਵਿੱਚ ਰਹਿੰਦਾ ਹੈ, ਖੁਸ਼ੀ ਵਿੱਚ। ਅਗਲੀ ਗੱਲ, ਦੇਹ ਤੇ ਆਤਮਾ ਇੱਕ ਹੁੰਦੇ ਨੇ ਤੇ ਮਨੁੱਖ ਬਣਦਾ ਹੈ। ਪਰ ਸਭ ਤੋਂ ਪਹਿਲੀ ਲੋੜ ਇਹਦੀ ਵੱਖਰੀ ਵੱਖਰੀ ਜਿਹੜੀ ਹੋਂਦ ਹੈ ਉਹਨੂੰ ਸਵੀਕਾਰਨਾ ਚਾਹੀਦਾ ਹੈ। ਆਤਮਾ ਨੇ ਕਦੇ ਬਚਪਨ 'ਚ ਨਹੀਂ ਆਉਣਾ, ਨਾ ਉਹਨੇ ਜਵਾਨੀ 'ਚ ਜਾਣਾ ਹੈ, ਨਾ ਹੀ ਕਦੇ ਉਹਦੇ ਤੇ ਬੁਢੇਪਾ ਆਉਣਾ ਹੈ। ਇਹ ਜਿਹੜੀਆਂ ਅਵਸਥਾ ਨੇ ਸਰੀਰ ਦੀਆਂ ਨੇ, ਬਾਲ, ਜਵਾਨੀ ਔਰ ਬਿਰਧ ਫੁਣ, तीन अवस्था जान कोई भी शरीर, ये जरूरी नहीं कि वह बंदे दा होवे कि औरत दा होवे, ये जरूरी नहीं है। पंछी तो लै लो, पशु तो लै लो, सारियां दे उत्ते बचपन भी आउंदा है, जवानी भी आउंदी है, बुढ़ेपा भी आउंदा है। बनस्पति का भी यही हाल है, पर आत्मा का नहीं है। ਜਿਹੜੇ ਅਪਾਹਜ ਬੱਚੇ पैदा ਹੁੰਦੇ ਨੇ, ਲੰਗੜੇ ਲੂਲੇ ਬੱਚੇ पैदा ਹੁੰਦੇ ਨੇ, ਉਹਨਾਂ ਤੇ ਵੀ ਬਚਪਨ ਆਉਂਦਾ ਹੈ, ਉਹਨਾਂ ਤੇ ਜਵਾਨੀ ਵੀ ਆਉਂਦੀ ਹੈ, ਉਹਨਾਂ ਤੇ ਬੁਢੇਪਾ ਵੀ ਆਉਂਦਾ ਹੈ। ਸਭ ਤੋਂ ਪਹਿਲੀ ਗੱਲ ਜਿਹੜੀ ਗੁਰਦੁਆਰੇ ਆ ਕੇ ਸਮਝਣੀ ਉਹ ਹੈ ਕਿ ਮੈਂ ਤੇ ਆਤਮਾ ਦੋ ਚੀਜ਼ਾਂ ਨੇ। ਤੇ ਜੇ ਤੁਸੀਂ ਆਪਣੇ ਆਪ ਨੂੰ ਆਤਮਾ ਕਹਿੰਦੇ ਹੋ ਤੇ ਫਿਰ ਤੁਸੀਂ ਤੇ ਸਰੀਰ ਦੋ ਚੀਜ਼ਾਂ ਨੇ। ਪਹਿਲੀ ਗੱਲ ਤੇ ਤੁਸੀਂ ਇਹ ਸਮਝ ਲਓ, ਜਿਵੇਂ ਅੱਜ ਕੱਲ੍ਹ ਇੱਕ ਸ਼ਬਦ ਆਉਂਦਾ ਹੈ, ਅੱਜ ਕੱਲ੍ਹ ਇੱਕ ਨਵਾਂ ਸ਼ਬਦ ਹੈ, ਕਹਿੰਦੇ ਜੀ ਬਰਾਤ ਦਾ ਢਕਾਓ ਕਿੰਨੇ ਵਜੇ ਹੈ। ਕਹਿੰਦੇ ਜੀ ਪਹਿਲਾਂ ਉਹ ਉੱਥੇ ਜਿਹੜੀ ਹੈ ਨਾ 11 ਕੁ ਵਜੇ ਬਰਾਤ ਅਸੈਂਬਲ ਹੋਏਗੀ। ਅਸੈਂਬਲ ਕੀ ਮਤਲਬ? ਪਾਰਟ ਇਕੱਠੇ ਕਰਨੇ ਨੇ। ਇਹ ਤਾਂ ਸੁਣਿਆ ਵੀ ਉਹ ਮਤਲਬ ਸਪੇਅਰ ਪਾਰਟ ਦੇ ਨਾਲ ਕੋਈ ਚੀਜ਼ ਅਸੈਂਬਲ ਕਰੀਦੀ ਹੈ। ਅੱਜ ਕੱਲ੍ਹ ਬਰਾਤ ਵੀ ਅਸੈਂਬਲ ਹੁੰਦੀ ਹੈ। ਅਸੀਂ ਅਸੈਂਬਲ ਹੋਏ ਹਾਂ, ਆਤਮਾ ਵੱਖਰੀ ਹੈ, ਸਰੀਰ ਵੱਖਰਾ ਹੈ। ਸਭ ਤੋਂ ਪਹਿਲਾਂ ਇਹਨੂੰ ਨਿਰਧਾਰਿਤ ਕਰੋ ਕਿ ਆਤਮਾ ਰਹੇਗੀ, ਸਰੀਰ ਨਹੀਂ ਰਹੇਗਾ। ਸਰੀਰ ਬਦਲੇਗਾ, ਆਤਮਾ ਕਦੇ ਨਹੀਂ ਬਦਲੇਗੀ। ਆਤਮਾ ਤੇ ਕਦੇ ਬੁਢੇਪਾ ਨਹੀਂ ਆਉਂਦਾ, ਆਤਮਾ ਤੇ ਕਦੇ ਜਵਾਨੀ ਨਹੀਂ ਆਉਂਦੀ, ਆਤਮਾ ਕਦੇ ਬਚਪਨ ਵਿੱਚ ਨਹੀਂ ਜਾਂਦੀ। ਹਾਂਜੀ। प्रथम नाहुति पवेख न रहै, मद कुतो साची तिस कहै। ਹੁਣ ਕਈ ਸੋਚਦੇ ਨੇ ਵੀ ਆਤਮਾ ਤੇ ਬੁੱਧੀ 'ਚ ਕੀ ਫਰਕ ਹੈ। ਹਾਂ, ਬੁੱਧੀ ਬਚਪਨ ਦੀ ਹੋਰ ਹੁੰਦੀ ਹੈ, ਬੁੱਧੀ ਜਵਾਨੀ ਦੀ ਹੋਰ ਹੁੰਦੀ ਹੈ, ਬੁੱਧੀ ਬੁਢੇਪੇ ਦੀ ਹੋਰ ਹੁੰਦੀ ਹੈ, ਤੇ ਕਈ ਵਾਰੀ ਬੁੱਧੀ ਹੋਰ ਦੀ ਹੋਰ ਹੀ ਹੁੰਦੀ ਹੈ। ਜਦੋਂ ਕਮਲੀਆਂ ਜੀਆਂ ਗੱਲਾਂ ਕਰਦੇ ਨਾ ਆਪਾਂ, ਜਿਹਨੂੰ 70 72 ਕਹਿੰਦੇ ਨੇ, ਇੱਕ ਬੁੱਧੀ ਉਹ ਵੀ ਹੁੰਦੀ ਹੈ। ਇਹਦਾ ਅਰਥ ਹੈ ਕਿ ਆਤਮਾ ਤੇ ਬੁੱਧ ਇਹ ਵੀ ਵੱਖਰੇ ਨੇ। ਹੁਣ ਤੁਸੀਂ ਕਹੋਗੇ ਜੀ ਕਿੱਥੇ ਲਿਖਿਆ? ਇਹ ਜਪਜੀ ਸਾਹਿਬ 'ਚ ਲਿਖਿਆ ਹੈ, ਤਿੱਥੈ ਘੜੀਐ। ਹੁਣ ਚੇਤਾ ਕਰਿਓ, ਇਹ ਪੰਕਤੀ ਤੁਹਾਨੂੰ ਆਉਂਦੀ ਹੈ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਕਮਾਲ ਹੋ ਗਈ। ਇਹਦੇ ਵਿੱਚ ਵੀ 4 ਵੱਖਰੇ ਵੱਖਰੇ ਪਾਰਟ ਨੇ। ਹੁਣ ਜਿਵੇਂ ਆ ਸਰੀਰ ਹੈ ਮੇਰਾ,
ਇਹ ਤਾਂ ਹੁਣ ਜਾ ਕੇ ਪਤਾ ਲੱਗਦਾ ਵੀ ਇਹਦੇ 'ਚ ਫੇਫੜੇ ਹੋਰ ਨੇ, ਦਿਲ ਹੋਰ ਹੈ, ਲੀਵਰ ਹੋਰ ਹੈ, ਕਿਡਨੀਆਂ ਹੋਰ ਨੇ। ਆ ਤੇ ਹੁਣ ਜਾ ਕੇ ਪਤਾ ਲੱਗਿਆ। ਮੈਂ ਤਾਂ ਇੱਕ ਦਿਨ ਪਹਿਲਾਂ ਵੀ ਬੇਨਤੀ ਕੀਤੀ, ਮੈਨੂੰ ਤਾਂ ਹੁਣ ਜਾ ਕੇ ਪਤਾ ਲੱਗਾ। ਪਹਿਲਾਂ ਸੁਣਦੇ ਹੁੰਦੇ ਸੀ ਵੀ ਨੱਕ ਦਾ, ਕੰਨ ਦਾ ਤੇ ਅੱਖ ਦਾ ਇੱਕੋ ਡਾਕਟਰ ਹੈ। ਫਿਰ ਪਤਾ ਲੱਗਾ ਵੀ ਨਹੀਂ, ਕੰਨਾਂ ਦੇ ਡਾਕਟਰ ਹੋਰ ਨੇ, ਨੱਕ ਦੇ ਹੋਰ ਨੇ, ਅੱਖਾਂ ਦੇ ਹੋਰ ਨੇ। ਔਰ ਹੁਣ ਜਾ ਕੇ ਇਹ ਵੀ ਪਤਾ ਲੱਗਾ ਵੀ ਅੱਖਾਂ ਵੀ ਦੋ ਨੇ। ਜਿਹੜੇ ਬਿਲਕੁਲ ਸਪੈਸ਼ਲਿਸਟ ਨੇ ਉਹ ਵੱਖਰੀ ਵੱਖਰੀ ਅੱਖ ਦੇ ਨੇ। ਜਿਹੜਾ ਇਸ ਅੱਖ ਦਾ ਡਾਕਟਰ ਹੈ ਉਹ ਇਸ ਅੱਖ ਦਾ ਨਹੀਂ ਹੈ। ਇਹਨਾਂ ਦਿਨਾਂ 'ਚ ਮੈਨੂੰ ਕਿਸੇ ਬੜੇ ਵੱਡੇ ਡਾਕਟਰ ਨਾਲ ਲੋੜ ਪੈ ਗਈ। ਮੈਂ ਉਹਨੂੰ ਕਿਹਾ ਜੀ ਆਹ ਪ੍ਰੋਬਲਮ ਹੈ। ਉਹ ਕਹਿੰਦਾ ਗਿਆਨੀ ਜੀ ਮੈਂ ਇਹਦਾ ਡਾਕਟਰ ਨਹੀਂ ਹੈ। ਚਲੋ ਮੈਂ ਤਾਂ ਉਹਦੀ ਗੱਲ ਸਮਝ ਗਿਆ। ਤੇ ਜੇ ਸ਼ਾਇਦ ਮੈਂ ਪਿੰਡ 'ਚ ਰਹਿੰਦਾ ਹੁੰਦਾ ਤਾਂ ਮੈਂ ਕਹਿਣਾ ਸੀ ਵੀ ਇਹ ਮੈਨੂੰ ਟਾਲ ਗਿਆ, ਵੀ ਇਹ ਮੈਨੂੰ ਵੇਖਣਾ ਨਹੀਂ ਚਾਹੁੰਦਾ, ਜਾਂ ਮੈਨੂੰ ਅਟੈਂਡ ਨਹੀਂ ਕਰਨਾ ਚਾਹੁੰਦਾ, ਜਾਂ ਮੇਰੇ ਮਰੀਜ਼ ਦਾ ਇਲਾਜ ਨਹੀਂ ਕਰਨਾ ਚਾਹੁੰਦਾ। ਉਹ ਕਹਿੰਦਾ ਗਿਆਨੀ ਜੀ ਮੈਂ ਇਹਦਾ ਡਾਕਟਰ ਨਹੀਂ ਹੈ। ਬਿਲਕੁਲ ਇਸੇ ਤਰ੍ਹਾਂ ਸਾਡੇ ਸਰੀਰ ਦੇ ਕਿੰਨੇ ਪਾਰਟ ਨੇ। ਤੁਹਾਡੇ ਲਿਵਰ ਦਾ ਡਾਕਟਰ ਹੋਰ ਹੈ, ਕਿਡਨੀਆਂ ਦਾ ਹੋਰ ਹੈ, ਤੁਹਾਡੇ ਜਿਹੜੇ ਫੇਫੜੇ ਨੇ ਉਹਨਾਂ ਦਾ ਡਾਕਟਰ ਹੋਰ ਹੈ, ਹਾਰਟ ਦਾ ਹੋਰ ਹੈ। ਇਹ ਸਾਰੀਆਂ ਵੱਖਰੀਆਂ ਵੱਖਰੀਆਂ ਚੀਜ਼ਾਂ ਨੇ। ਤੋ ਇਸ ਕਥਾ ਨੂੰ ਜਦੋਂ ਸੁਣਨਾ ਹੈ, ਸਭ ਤੋਂ ਪਹਿਲੀ ਲੋੜ ਹੈ, ਹੁਣ ਆਪਾਂ ਜਾਣਨ ਤੁਰੇ ਪਰਮਹੰਸ, ਤੇ ਸਤਿਗੁਰੂ ਕਹਿੰਦੇ ਪਰਮਹੰਸ ਨੂੰ ਜਾਣਨ ਤੋਂ ਪਹਿਲਾਂ ਇਹ ਸਮਝੋ ਵੀ ਆਤਮਾ ਵੱਖਰੀ ਹੈ ਤੇ ਸਰੀਰ ਵੱਖਰਾ ਹੈ। ਫਿਰ ਅਗਲੀ ਗੱਲ, ਆਤਮਾ ਰਹੇਗੀ, ਸਰੀਰ ਨਹੀਂ ਰਹੇਗਾ। ਹਾਂਜੀ। ਪੁਨ ਜੜ ਹੈ ਕੁਛ ਨਾਹਿ ਨਿਸ਼ਾਨੀ, ਨਿਤ ਦੁਖ ਰੂਪ ਲਿਹੈ ਮਨ ਜਾਨੀ। ਪ੍ਰਥਮ ਨਾ ਹੋਤੀ ਭਵਿਖੈ ਨਾ ਰਹੇ, ਮਦ ਕੁਤੋ ਸਾਚੀ ਤਿਸ ਕਹੈ। ਇਹ ਸਰੀਰ ਪਹਿਲਾਂ ਨਹੀਂ ਸੀ, ਅੱਗੋਂ ਵੀ ਨਹੀਂ ਹੋਏਗਾ। ਉਹਨੂੰ ਕਿਵੇਂ ਸੱਚ ਕਰਕੇ ਮੰਨੋਗੇ ਭਾਈ? ਸੱਚ ਦੀ ਪਰਿਭਾਸ਼ਾ ਕੀ ਹੈ? ਹੁਣ ਤੁਹਾਡੇ ਮੇਰੇ ਲਈ ਸੱਚ ਦੀ ਪਰਿਭਾਸ਼ਾ ਹੈ ਵੀ ਜਿਹੜਾ ਠੀਕ ਬੋਲਦਾ ਉਹ ਸੱਚ ਹੈ। ਸਤਿਗੁਰੂ ਕਹਿੰਦੇ ਨਹੀਂ, ਸੱਚ ਕਹਿੰਦੇ ਨੇ ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਹੁਣ ਇਹ ਸੱਚ ਦੀ ਬਿਲਕੁਲ ਵੱਖਰੀ ਡੈਫੀਨੇਸ਼ਨ ਹੈ। ਜਿਹੜਾ ਮੁੱਢ ਤੋਂ ਹੈ ਉਹ ਸੱਚ ਹੈ, ਜਿਹੜਾ ਪਹਿਲਾਂ ਸੀ ਉਹ ਸੱਚ ਹੈ, ਜਿਹੜਾ ਅੱਜ ਹੈ ਉਹ ਸੱਚ ਹੈ, ਜਿਹੜਾ ਅੱਗੋਂ ਰਹੇਗਾ ਉਹ ਸੱਚ ਹੈ। ਇਹਦਾ ਅਰਥ ਹੈ ਜਿਹੜਾ ਅੱਗੇ ਹੋਏਗਾ ਅੱਜ ਨਹੀਂ ਹੈ, ਇਹ ਝੂਠ ਹੈ। ਕੀ ਪਤਾ ਹੋਏਗਾ ਕਿ ਨਹੀਂ ਹੋਏਗਾ। ਜਿਹੜਾ ਅੱਜ ਹੈ ਅੱਗੇ ਨਹੀਂ ਹੋਏਗਾ। ਸਾਡੇ ਬੱਚੇ ਨਹੀਂ ਮੰਨਣਗੇ ਇਹਨੂੰ ਵੀ ਇਹ ਸੱਚ ਹੈ। ਉਹ ਕਹਿਣਗੇ ਜੀ ਸਾਡੇ ਬਾਪੂ ਵੇਲੇ ਤੇ ਨਹੀਂ ਸੀ ਹੁੰਦਾ, ਸੀ ਕਿਵੇਂ ਮੰਨ ਲਈਏ। ਇਹਦੀਆਂ ਚਾਰ ਅਵਸਥਾਵਾਂ ਦਸੀਆਂ ਨੇ ਸੱਚ ਦੀਆਂ। ਹੁਣ ਅਸੀਂ ਇੱਥੇ ਬੋਲ ਦਿੱਤਾ ਤੇ ਸੱਚ ਹੈ, ਨਾ ਬੋਲਿਆ ਤੇ ਝੂਠ ਹੈ। ਸਾਡੀ ਤਾਂ ਲੈਬੋਰਟਰੀ ਨਿੱਕੀ ਜੀ ਹੈ, ਨਿੱਕੇ ਨਿੱਕੇ ਐਕਸਪੈਰੀਮੈਂਟ ਨੇ ਸਾਡੇ। ਇਹ ਸੱਚ ਦੀ ਪਰਿਭਾਸ਼ਾ ਹੀ ਨਹੀਂ ਹੈ। ਇਹ ਸੱਚ ਬੋਲਣਾ ਇੱਕ ਛੋਟਾ ਜਿਹਾ ਸੱਚ ਹੈ। ਸਭ ਤੋਂ ਵੱਡਾ ਪ੍ਰਕਿਰਤੀ ਦਾ ਸੱਚ ਹੈ, ਜਿਹੜਾ ਪਹਿਲਾਂ ਸੀ, ਜਿਹੜਾ ਅੱਜ ਵੀ ਹੈ। ਅਸੀਂ ਨਹੀਂ ਹੋਵਾਂਗੇ ਉਹ ਤਾਂ ਵੀ ਹੈ, ਉਹ ਸੱਚ ਹੈ। ਜਿਹੜਾ ਕੱਲ ਸੀ ਅੱਜ ਨਹੀਂ ਹੈ ਉਹ ਝੂਠ ਹੈ, ਜਿਹੜਾ ਅੱਜ ਹੈ ਕੱਲ ਨਹੀਂ ਹੋਏਗਾ ਉਹ ਵੀ ਝੂਠ ਹੈ। ਸਾਡੇ ਬੱਚੇ ਕਿਵੇਂ ਮੰਨਣਗੇ? ਉਹ ਨਹੀਂ ਮੰਨਣਗੇ। ਅੱਜ ਹੁਣ ਤੁਸੀਂ ਰਮਾਇਣ ਵਿਖਾਉਨੇ ਉਹਦੇ 'ਚ ਜੀ ਉਹ ਮਜ਼ਾਈਲ ਜਾ ਰਹੀ ਹੈ, ਇੱਧਰੋਂ ਜਾ ਰਿਹਾ ਜੀ, ਅਗਨ ਬਾਣ ਆ ਗਿਆ, ਇੱਧਰੋਂ ਵੀ ਅਗਨ ਬਾਣ ਆ ਗਿਆ। ਆ ਹੁਣ ਜਦੋਂ ਜੰਗਾਂ ਯੁੱਧਾਂ ਦੇ ਵਿੱਚ ਉਹ ਮਜ਼ਾਈਲਾਂ ਚੱਲੀਆਂ ਤਾਂ ਸਮਝ ਆਏਗੀ ਵੀ ਇਹੀ ਤਕਨੀਕ ਉਦੋਂ ਸੀ। ਸਿਰਫ ਉਹਨੂੰ ਧਰਮ ਦੀ ਦੁਨੀਆ 'ਚ ਪਾ ਕੇ, ਵਹਿਮਾਂ ਭਰਮਾਂ 'ਚ ਪਾ ਕੇ ਵਿਖਾ ਦਿੱਤਾ। ਉਦੋਂ ਵੀ ਚੌਪੜ ਹੋਣਗੇ, ਉਦੋਂ ਵੀ ਹੈਲੀਕਾਪਟਰ ਹੋਣਗੇ, ਉਦੋਂ ਵੀ ਇਹ ਸਾਰੀਆਂ ਸਾਇੰਸ ਇੰਨੀ ਹੋਏਗੀ ਉਸ ਵੇਲੇ। ਇਹ ਜੀ ਰਾਵਣ ਆਪਣੇ ਘਰ ਬੈਠਾ ਜੰਗ ਵੇਖਦਾ ਸੀ,
ਤੇ ਕੀ ਅਮਰੀਕਾ ਆਪਣੇ ਪੈਂਟਾਗਨ ਵਿੱਚ ਬੈਠਾ ਸਾਰਾ ਕੁਝ ਨਹੀਂ ਵੇਖਦਾ? ਸਾਰੀ ਦੁਨੀਆ ਨੂੰ ਵੇਖਦਾ। ਹੁਣ ਕੀ ਕਹੋਗੇ ਵੀ ਜਿਹੜਾ ਰਾਸ਼ਟਰਪਤੀ ਅਮਰੀਕਾ ਦਾ ਉਹ ਵੀ 4 ਵੇਦਾਂ ਦਾ ਗਿਆਤਾ ਹੈ ਤੇ ਉਹਦੇ ਕੋਲ ਵੀ 10 ਸਿਰ ਨੇ। ਹਰ ਗੱਲ ਨੂੰ ਤਰਕ ਬਤਰਕ ਦੇ ਵਿੱਚ ਪਾ ਕੇ ਅਸੀਂ ਅੱਗੇ ਤੁਰਦੇ ਹੀ ਨਹੀਂ। ਤੇ ਖਲੋਤੇ ਕਿੱਥੇ ਆ? ਬੜੀਆਂ ਪੂਜਦੇ ਆ, ਕਿੱਕਰਾਂ ਪੂਜਦੇ ਆ, ਟਾਹਲੀਆਂ ਪੂਜਦੇ ਆ, ਜੰਡੀਆਂ ਪੂਜਦੇ ਆ, ਸੱਪਾਂ ਦੀ ਪੂਜਾ ਕਰਦੇ ਆ। ਅਸੀਂ ਤਾਂ ਏਡੇ ਮੂਰਖ ਹਾਂ, ਜਾ ਕੇ ਕੀੜੀਆਂ ਦੇ ਭੌਣ ਤੇ ਆਟਾ ਪਾਉਂਦੇ ਆ। ਪਾਓ ਕੀੜੀਆਂ ਨੂੰ ਆਟਾ, ਉਹ ਵੀ ਰੱਬ ਦੇ ਜੀ ਨੇ, ਪਰ ਇਸ ਕਰਕੇ ਪਾਓ ਵੀ ਇਹ ਤੁਹਾਡਾ ਕਾਕਾ ਪਾਸ ਕਰਨਗੀਆਂ। ਤੇ ਤੁਸੀਂ ਕਹੋਗੇ ਜੀ ਗਿਆਨੀ ਜੀ ਕੀ ਮਾੜਾ ਹੈ? ਫਿਰ ਮੈਂ ਇੱਕ ਆਪ ਜੀ ਨੂੰ ਬੇਨਤੀ ਕਰਾਂ, ਇਸੇ ਕਰਕੇ ਜਦੋਂ ਬੇਬੇ ਕਾਸੇ ਜੋਗੇ ਨਹੀਂ ਰਹਿੰਦੀ ਫਿਰ ਉਹ ਰੋਟੀ ਤੋਂ ਵੀ ਖਤਮ ਹੋ ਜਾਂਦੀ ਹੈ। ਕੀੜੀਆਂ ਨੂੰ ਦਾਣੇ ਬੁੱਢੇ ਹੋਣ ਤੱਕ ਪਾਓਗੇ, ਪਰ ਮਾਂ ਨੂੰ ਰੋਟੀ ਨਹੀਂ ਦਿਓਗੇ, ਕਿਉਂਕਿ ਉਹ ਕਾਸੇ ਜੋਗੀ ਨਹੀਂ ਰਹੀ। ਇਹ ਕੀੜੀਆਂ ਨੂੰ ਦਾਣੇ ਪਾਉਣੇ ਗੁਨਾਹ ਨਹੀਂ, ਕਬੂਤਰਾਂ ਨੂੰ ਦਾਣੇ ਪਾਉਣੇ ਗੁਨਾਹ ਨਹੀਂ, ਪਰ ਇਹ ਸੋਚ ਕੇ ਵੀ ਪੰਛੀਆਂ ਨੂੰ ਦਾਣੇ ਪਾਵਾਂਗੇ ਤੇ ਭਲਾ ਹੋਏਗਾ। ਤੇ ਜੇ ਬੇਬੇ ਨੂੰ ਰੋਟੀ ਦਿੱਤੀ ਤੇ ਬੇਬੇ ਨੇ ਹੁਣ ਕੀ ਕਰਨਾ ਹੈ? ਨਾ ਇਹ ਜਵਾਕ ਫੜਨ ਜੋਗੀ ਹੈ, ਨਾ ਇਹ ਕੋਈ ਕੰਮ ਕਰਨ ਜੋਗੀ ਹੈ। ਵਾਹ ਵਾਹ, ਹੈ ਹੀ ਨਹੀਂ, ਕੋਈ ਰੋਕਣ ਵਾਲਾ ਵੀ ਹੈ ਨਹੀਂ ਗਾ। ਇਸੇ ਕਰਕੇ ਮਾਂ ਬਾਪ ਘਰ ਦੇ ਵਿੱਚ ਵਾਧੂ ਹੋ ਗਏ, ਵਾਧੂ ਹੀ ਨਹੀਂ ਬੇਪੱਤ ਹੋ ਗਏ, ਬੇਇੱਜ਼ਤ ਹੋ ਗਏ। ਘਰੋਂ ਧੱਕੇ ਮਾਰ ਕੇ ਕੱਢਣੇ ਪੈ ਗਏ, ਕਿਉਂਕਿ ਕਿਸੇ ਕੰਮ ਦੇ ਨਹੀਂ ਰਹੇ। ਤੇ ਇਹ ਪੁੱਠੀ ਮੱਤ ਦਿੱਤੀ ਕਿਹਨੇ? ਉਸ ਧਰਮ ਨੇ ਜਿਹੜਾ ਧਰਮ ਹੈ ਹੀ ਨਹੀਂ। ਧਰਮ ਤੇ ਇਹ ਸੀਗਾ, ਧਰਮ ਇਹ ਕਹਿੰਦਾ ਵੀ ਪੰਛੀਆਂ ਦੀ ਵੀ ਸੰਭਾਲ ਕਰੋ, ਕੀੜੇ ਮਕੌੜਿਆਂ ਦੀ ਵੀ ਸੰਭਾਲ ਕਰੋ। ਇਹਨਾਂ ਦਾ ਤੁਹਾਡੀ ਕੁਦਰਤ ਨਾਲ ਬਹੁਤ ਨੇੜੇ ਦਾ ਸੰਬੰਧ ਹੈ। ਜਿੱਧਰ ਤਿਤਲੀਆਂ ਨਹੀਂ ਹੋਣਗੀਆਂ, ਭੌਰੇ ਨਹੀਂ ਹੋਣਗੇ, ਆ ਫਲ ਫਰੂਟ, ਆ ਫੁੱਲ, ਇਹ ਸੁਗੰਧੀਆਂ ਸਬਜ਼ੀਆਂ, ਕੁਝ ਨਹੀਂ ਹੋਏਗਾ। ਇਹ ਸਾਰੀਆਂ ਚੀਜ਼ਾਂ ਇਹਨਾਂ ਨਾਲ ਜੁੜੀਆਂ ਹੋਈਆਂ ਨੇ। ਇੱਕ ਥਾਂ ਤੋਂ ਦੂਜੀ ਥਾਂ ਤੇ ਇਹ ਜਦੋਂ ਜਾ ਕੇ ਬੈਠਦੇ ਨੇ, ਉਹਦੇ ਨਾਲ ਇਹ ਪ੍ਰਕਿਰਤੀ ਚੱਲਦੀ ਹੈ। ਕਦੇ ਕਿਸੇ ਬਾਗਬਾਨੀ ਕਰਨ ਵਾਲੇ ਨੂੰ ਪੁੱਛਿਓ, ਬਸ ਜਿਵੇਂ ਜਿਵੇਂ ਸੁਣੀਦਾ ਹੈਰਾਨ ਹੋਈਦਾ ਕਿ ਬਲਿਹਾਰੀ ਕੁਦਰਤ ਵਸਿਆ। ਜਿਹੜੇ ਪੌਦੇ ਨੇ ਨਾ, ਭਾਵੇਂ ਸੰਤਰੇ ਦੇ ਨੇ, ਭਾਵੇਂ ਉਹ ਮਸੰਮੀ ਦੇ ਨੇ, ਭਾਵੇਂ ਅੰਬ ਦੇ ਨੇ, ਭਾਵੇਂ ਜਾਮਣ ਦੇ ਨੇ, ਇਹਨਾਂ ਵਿੱਚ ਵੀ ਮੇਲ ਫੀਮੇਲ ਹੈ। ਜਿੱਥੇ ਇੱਕ ਤਰ੍ਹਾਂ ਦੇ ਪੌਦੇ ਆ ਜਾਣਗੇ, ਉਹਨਾਂ ਪੌਦਿਆਂ ਨੂੰ ਫਲ ਹੀ ਨਹੀਂ ਲੱਗੇਗਾ। ਮੈਂ ਤਾਂ ਸੁਣ ਕੇ ਹੈਰਾਨ ਹੋ ਗਿਆ। ਇੱਕ ਦੇ ਨਾਲ ਦੂਜਾ ਪੌਦਾ ਹੋਣਾ ਚਾਹੀਦਾ ਹੈ। ਹੁਣ ਜਿਹੜੇ ਇਸ ਚੀਜ਼ ਦੇ ਡਾਕਟਰ ਨੇ ਖੇਤੀਬਾੜੀ ਦੇ, ਉਹ ਤੁਹਾਨੂੰ ਸਮਝਾਉਣਗੇ। ਨਹੀਂ ਤੇ ਤੁਸੀਂ ਦਰਬਾਰ ਸਾਹਿਬ ਜਾ ਕੇ ਵੇਖ ਲਓ, ਅੱਜ ਸੈਂਕੜੇ ਸਾਲਾਂ ਬਾਅਦ ਬੇਰੀਆਂ ਨੂੰ ਫਿਰ ਬੇਰ ਲੱਗਣੇ ਸ਼ੁਰੂ ਹੋ ਗਏ। ਨਹੀਂ ਤਾਂ ਕੋਈ ਸਾਇੰਸ ਮੰਨਦੀ ਨਹੀਂ, ਕੋਈ ਗਿਆਨ ਵਿਗਿਆਨ ਮੰਨਦਾ ਹੀ ਨਹੀਂ ਕਿ ਕੋਈ ਪੇੜ, ਕੋਈ ਪੌਦਾ ਇਹਨੇ 400-500 ਸਾਲ ਵੀ ਕੋਈ ਫਲ ਦੇ ਸਕਦਾ। ਪਰ ਦੇ ਰਹੇ ਨੇ। ਅਗਰ ਤੁਸੀਂ ਬਨਸਪਤੀ ਦੀ ਉਸ ਮਰਿਆਦਾ ਨੂੰ ਸਮਝ ਲਓ ਤਾਂ ਗੁਰੂ ਅੰਗਦ ਦੇ ਪਿਤਾ ਮਹਾਰਾਜ ਨੇ ਸਮਝਾਇਆ ਕਿ ਭਾਈ, ਪੁੰਨ ਜੜ ਹੈ ਕੁਛ ਨਾਹਿ ਨਿਸ਼ਾਨੀ, ਨਿਤ ਦੁਖ ਰੂਪ ਲਹੇ ਮਨ ਜਾਨੀ। ਅਸਲ ਵਿੱਚ ਦੁੱਖ ਤੇ ਸੁੱਖ ਵਿੱਚ ਸਰੀਰ ਰਹਿੰਦਾ ਹੈ, ਆਤਮਾ ਨਹੀਂ ਰਹਿੰਦੀ। ਇਹ ਜੜ ਹੈ ਔਰ ਇਹ ਨਾਹਿ ਨਿਸ਼ਾਨੀ। ਇੱਥੇ ਕਵੀ ਜੀ ਨੇ ਲਿਖਿਆ, ਇਹਦੇ ਵਿੱਚ ਕੋਈ ਛੁਪਾ ਨਹੀਂ ਹੈ। ਹਾਂਜੀ, ਸਤ ਆਤਮਾ ਨਿਰਨੈ ਕਰੈ,
ਪੂਰਬ ਹੁਤੋ ਦੇਹ ਬਹੁ ਧਰੈ। ਸੱਤ ਦੀ ਪਰਿਭਾਸ਼ਾ ਆਤਮਾ ਸਾਨੂੰ ਜਨਾਉਂਦੀ ਹੈ, ਸਰੀਰ ਦੇ ਕੋਲ ਕੁਝ ਵੀ ਨਹੀਂ ਹੈ। ਜਿਹੜੇ ਬੱਚੇ ਡਲ ਹੁੰਦੇ ਨੇ, ਮੰਦ ਬੁੱਧੀ ਹੁੰਦੇ ਨੇ, ਤੁਹਾਨੂੰ ਪਤਾ ਹੈ ਤੁਹਾਡੇ ਨਾਲੋਂ ਉਹਨਾਂ ਦੇ ਵਿੱਚ ਸਰੀਰ 'ਚ ਤਾਕਤ ਕਿੰਨੀ ਹੁੰਦੀ ਹੈ। ਸਿਆਣੇ ਬੰਦੇ ਨੂੰ ਕੋਈ ਵੀ ਬਾਂਹ ਤੋਂ ਫੜ ਕੇ ਰੋਕ ਸਕਦਾ ਹੈ, ਪਰ ਜਿਹੜੇ ਪਾਗਲ ਹੁੰਦੇ ਨੇ ਉਹਨੂੰ ਚਾਰ ਬੰਦੇ ਵੀ ਫੜਨਾ ਤਾਂ ਵੀ ਨਹੀਂ ਉਹ ਫੜਿਆ ਜਾਂਦਾ। ਉਹਨਾਂ 'ਚ ਸਰੀਰਕ એનર્ਜੀ, ਸਰੀਰਕ ਤਾਕਤ ਸਾਡੇ ਨਾਲੋਂ ਕਈ ਗੁਣਾ ਜ਼ਿਆਦਾ ਹੁੰਦੀ ਹੈ। ਇਹ ਆਤਮਾ ਨੇ ਤੁਹਾਨੂੰ ਅਸਲ ਵਿੱਚ ਇਸ ਸੱਤ ਦਾ ਨਿਰਣਾ ਸਮਝਾਉਣਾ ਹੈ। ਪੂਰਬ ਹੁਤੋ ਦੇਹ ਬਹੁ ਧਰੈ। ਆਤਮਾ ਪਹਿਲਾਂ ਸੀ, ਸਰੀਰ ਮਗਰੋਂ ਬਣਿਆ। ਆਤਮਾ ਨੇ ਜਦੋਂ ਸਰੀਰ ਨੂੰ ਆ ਕੇ ਧਾਰਨ ਕਰ ਲਿਆ, ਜਦੋਂ ਉਹਦੇ ਵਿੱਚ ਆ ਕੇ ਉਹਨੇ ਆਪਣਾ ਵਾਸਾ ਕਰ ਲਿਆ, ਹਾਂਜੀ, ਅਬ ਪਰ ਤਖ ਅਰ ਰਹਿ ਭਵਿਖ, ਜਾਂ ਤੇ ਸਤ ਲਖੈ ਗੁਰ ਸਿੱਖ। ਹੁਣ ਉਹ ਸਰੀਰ ਪ੍ਰਤੱਖ ਹੈ, ਪ੍ਰਗਟ ਹੈ, ਅਰ ਰਹੇ ਭਵਿੱਖ, ਅੱਗੋਂ ਵੀ ਰਹੇਗਾ ਜਿੰਨਾ ਚਿਰ ਆਤਮਾ ਨਾਲ ਰਹੇਗੀ। ਇਸੇ ਕਰਕੇ ਜਿਹੜੇ ਗੁਰਸਿੱਖ ਨੇ ਉਹ ਸਰੀਰ ਨੂੰ ਸਤ ਕਰਕੇ ਨਹੀਂ ਮੰਨਦੇ, ਆਤਮਾ ਨੂੰ ਸਤ ਕਰਕੇ ਮੰਨਦੇ ਨੇ। ਉਹ ਕਹਿੰਦੇ ਨੇ ਦੇਹ ਅਨਿਤ ਨਾ ਨਿਤ ਰਹਿ। ਸਰੀਰ ਰੋਜ਼ ਰਹਿਣ ਵਾਲਾ ਨਹੀਂ ਹੈ, ਕੱਲ ਹੈ, ਅੱਜ ਹੈ, ਕੱਲ ਨਹੀਂ ਹੋਏਗਾ, ਕੀ ਪਤਾ ਹੈ। ਹਾਂਜੀ, ਬਹੁਰ ਆਤਮਾ ਚੇਤਨ ਜਾਣੈ, ਜਿਹ ਸੰਬੰਧ ਤਨ ਚੇਤਨ ਠਾਨੈ। ਉਹ ਆਤਮਾ ਨੂੰ ਚੇਤਨ ਸਮਝਦੇ ਨੇ ਤੇ ਆਤਮਾ ਦੀ ਚੇਤਨਾ ਕਰਕੇ ਸਰੀਰ ਦੀ ਚੇਤਨਾ ਹੈ। ਦੁੱਖ ਸੁੱਖ ਦਾ ਅਹਿਸਾਸ ਹੈ। ਪਾਗਲ ਨੂੰ, ਮੂਰਖ ਨੂੰ ਇਹ ਵੀ ਨਹੀਂ ਪਤਾ ਹੁੰਦਾ ਮੇਰੇ ਦਰਦ ਕਿੱਥੇ ਹੁੰਦੀ ਹੈ, ਕਿਉਂ ਹੁੰਦੀ ਹੈ। ਉਹਨੂੰ ਆਪਣੇ ਦੁੱਖ ਸੁੱਖ ਦੀ ਕੋਈ ਫੀਲਿੰਗ ਨਹੀਂ ਹੁੰਦੀ, ਕੋਈ ਅਹਿਸਾਸ ਨਹੀਂ ਹੁੰਦਾ, ਕੋਈ ਗਿਆਨ ਨਹੀਂ ਹੁੰਦਾ। ਹਾਂਜੀ, ਹਰ ਕਾਵਣ ਚਖ ਆਦ ਰਖੀ ਕੇ, ਜਿਸ ਬਿਨ ਹੋਤ ਨਹੀਂ ਲਖ ਨੀਕੇ। ਅੱਖਾਂ ਦਾ ਫਰਕਣਾ, ਗਿਆਨ ਇੰਦਰੀਆਂ ਦਾ ਕੰਮ ਕਰਨਾ, ਜਿਸ ਬਿਨ ਹੋਤ ਨਹੀਂ ਲਖ ਨੀਕੇ। ਜਿੱਦਨ ਆਤਮਾ ਚਲੀ ਜਾਏਗੀ ਇਹ ਕੰਨ ਸੁਣ ਨਹੀਂ ਸਕਣਗੇ, ਅੱਖਾਂ ਵੇਖ ਨਹੀਂ ਸਕਣਗੀਆਂ, ਨੱਕ ਸੁਗੰਧੀ ਦਾ ਅਹਿਸਾਸ ਨਹੀਂ ਕਰ ਪਾਏਗਾ, ਸੁੰਘਣ ਸ਼ਕਤੀ ਮੁੱਕ ਜਾਏਗੀ। ਹਾਂਜੀ, ਪੁਨ ਆਤਮ ਕੋ ਰੂਪ ਆਨੰਦ, ਪਰਖਤ ਭਲੇ ਸਦਾ ਬਿਨ ਦੁੰਦ। ਇਹ ਜਿਹੜੀ ਆਤਮਾ ਹੈ, ਆਤਮਾ ਦਾ ਰੂਪ ਹੀ ਅਸਲ ਵਿੱਚ ਆਨੰਦ ਹੈ। ਪਰਖਤ ਭਲੇ ਸਦਾ ਬਿਨ ਦੁੰਦ। ਜਿਹੜੇ ਭਲੇ ਲੋਕ ਨੇ ਉਹ ਇਸੇ ਗੱਲ ਦੀ ਪਰਖ ਕਰਦੇ ਨੇ, ਇਸੇ ਕਰਕੇ ਉਹਨਾਂ ਨੂੰ ਕੋਈ ਦੁੰਦ ਨਹੀਂ, ਕੋਈ ਦੁੱਖ ਨਹੀਂ। ਹਾਂਜੀ, ਵਿਸ਼ਿਆਨ ਬਿਖੇ ਆਨੰਦ ਕਲਪੰਤਾ, ਇਹੋ ਮਮ ਰੂਪ ਨ ਅਗ ਲਖੰਤਾ। ਜਿਹੜਾ ਵਿਸ਼ਿਆਂ ਦੇ ਵਿੱਚ ਤੁਸੀਂ ਆਨੰਦ ਮਾਣਦੇ ਹੋ, ਹੁਣ ਸਾਡੀ ਹਾਲਤ ਕੀ ਹੈ, ਚਾਹ ਪੀਤੀ ਆਨੰਦ ਆ ਗਿਆ, ਵੀ ਚਾਹ ਪੀਣ ਤੋਂ ਪਹਿਲਾਂ ਕੀ ਸਾੜ ਸਤੀ 'ਚ ਫਿਰਦਾ ਸੀ ਤੂੰ, ਰੋਟੀ ਖਾਧੀ ਕਹਿੰਦਾ ਜੀ ਆਨੰਦ ਆ ਗਿਆ, ਵੀ ਪੁੱਛੋ ਪਹਿਲਾਂ ਕਿੱਥੇ ਸੀ ਤੂੰ, ਥੋੜੀ ਜਿਹੀ ਆਈਸਕ੍ਰੀਮ ਖਾ ਲਈ, ਟੂਟੀ ਫਰੂਟੀ, ਆਨੰਦ ਆ ਗਿਆ ਜੀ। ਪੁੱਛੋ ਵੀ ਇਹਦੇ ਤੋਂ ਬਗੈਰ ਤੂੰ ਨਰਕ 'ਚ ਫਿਰਦਾ ਸੀਗਾ। ਥੋੜਾ ਜਿਹਾ ਏਸੀ ਦੇ ਅੱਗੇ ਬਹਿ ਗਏ, ਆਨੰਦ ਆ ਗਿਆ। ਹੁਣ ਸਾਡਾ ਆਨੰਦ ਇਹ ਹੈ, ਇਹਨੂੰ ਕਹਿੰਦੇ ਨੇ ਵਿਸ਼ਿਆਂ ਦਾ ਭੋਗਣਾ। ਇਹ ਬੜੇ ਸੋਹਣੇ ਸ਼ਬਦ ਨੇ, ਵਿਸ਼ਿਅਨ ਵਿਖੇ ਆਨੰਦ ਕਲਪੰਤਾ। ਵਿਸ਼ਿਆਂ ਦੇ ਵਿੱਚੋਂ ਆਨੰਦ ਲੱਭਦਾ ਹੈ ਬੰਦਾ, ਤੇ ਉਹਨਾਂ ਦੀ ਖਾਤਰ ਇਹ ਕਲਪਦਾ ਵੀ ਰਹਿੰਦਾ ਹੈ। ਏਸੀ ਬੰਦ ਨਾ ਕਰੋ ਜੀ, ਮੇਰੇ ਲਈ ਆ ਵੀ ਲੈ ਕੇ ਆਓ ਜੀ, ਇਹਦੇ ਲਈ ਹੋਰ ਵੀ ਫਰਿੱਜ 'ਚ ਲਿਆ ਕੇ ਰੱਖੋ ਜੀ। ਵਿਸ਼ਿਆਂ ਦੀ ਖਾਤਰ ਮਨੁੱਖ ਕਲਪਦਾ ਹੈ, ਕਿਉਂਕਿ ਇਹਨੂੰ ਲੱਗਦਾ ਹੈ ਆਨੰਦ ਇਹਦੇ ਵਿੱਚ ਹੈ।
ਇਹ ਮਮ ਰੂਪ ਨਾ ਅੱਗੇ ਲਖੰਤਾ। ਗੁਰੂ ਅੰਗਦ ਸਾਹਿਬ ਕਹਿਣ ਲੱਗੇ ਮੇਰਾ ਰੂਪ ਹੀ ਨਹੀਂ ਹੈ, ਇਹ ਮੇਰਾ ਰੂਪ ਨਹੀਂ ਹੈ, ਅੱਗੋਂ ਵੀ ਨਹੀਂ ਹੋਏਗਾ, ਨਾ ਅੱਜ ਹੈ ਨਾ ਕੱਲ ਹੋਏਗਾ। ਇਸੇ ਕਰਕੇ ਜਿਹੜੇ ਸਿੱਖ ਨੇ ਉਹਨਾਂ ਦੀ ਹਾਲਤ ਬਾਬੇ ਫਰੀਦ ਵਾਲੀ ਹੈ। ਰੁੱਖੀ ਸੁੱਖੀ ਖਾਏ ਕੈ ਠੰਡਾ ਪਾਣੀ ਪੀਓ, ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਉਹ ਜਾਂਦੇ ਹੀ ਨਹੀਂ ਇਸ ਪਾਸੇ। ਹੁਣ ਅੱਜ ਤੁਸੀਂ ਵੇਖੋ, ਸਾਰਾ ਕਮਾਈ ਵੀ ਇਸੇ ਗੱਲ ਦੇ ਲਈ ਕੀਤੀ ਜਾਂਦੀ ਹੈ ਤੇ ਦੁਨੀਆ ਭੱਜੀ ਵੀ ਇਸੇ ਵਾਸਤੇ ਤੁਰੀ ਫਿਰਦੀ ਹੈ। ਇਹ ਵਿਸ਼ਿਆਂ ਦੇ ਵਿੱਚੋਂ ਆਨੰਦ ਦੀ ਕਲਪਨਾ ਕੀਤੀ ਜਾਂਦੀ ਹੈ। ਵਿਸ਼ਿਆਂ ਦੇ ਆਨੰਦ ਦੀ ਖਾਤਰ ਮਨੁੱਖ ਸਾਰੀ ਦਿਹਾੜੀ ਕਲਪਦਾ ਰਹਿੰਦਾ ਹੈ, ਪਰ ਇਹ ਅਸਲ ਵਿੱਚ ਆਨੰਦ ਨਹੀਂ ਹੈ। ਇਹ ਸਿਰਫ ਉਹਨਾਂ ਚਿਰ ਹੀ ਹੈ ਜਿੰਨਾ ਚਿਰ ਤੁਸੀਂ ਚਾਹ ਦੇ ਛੁਰਕੜੇ ਮਾਰਦੇ ਰਹੋਗੇ ਤੇ ਆਨੰਦ ਹੈ। ਤੇ ਜਦੋਂ ਕੱਪ ਖਾਲੀ ਹੋ ਗਿਆ, ਅੱਛਾ ਚਾਹ ਮੁੱਕ ਗਈ ਹੈ, ਲੈ ਆਨੰਦ ਵੀ ਚਲਾ ਗਿਆ, ਇੰਨਾ ਹੀ ਸੀ। ਫਿਰ ਕਹਾਂਗੇ ਥੋੜੀ ਜਿਹੀ ਹੋਰ ਬਣਾਇਓ ਜੇ, ਹੁਣ ਹੋਰ ਬਣਾਈ, ਨਹੀਂ ਭੈਣ ਜੀ ਉਹ ਆਨੰਦ ਨਹੀਂ ਆਇਆ। ਲੈ ਦੱਸੋ ਹੁਣ ਭੈਣ ਜੀ ਕਿਹੜੇ ਕੰਧ 'ਚ ਸਿਰ ਮਾਰੇ ਵੀ ਉਦੋਂ ਥੋੜਾ ਜਿਹੀ ਖੰਡ ਵੱਧ ਪੈ ਗਈ ਹੋਣੀ, ਹੋਰ ਕੀ ਹੋਇਆ। ਅਸੀਂ ਪਦਾਰਥਾਂ 'ਚੋਂ ਆਨੰਦ ਲੱਭਦੇ ਹਾਂ। ਸਤਿਗੁਰੂ ਕਹਿੰਦੇ ਨਹੀਂ, ਸਰੀਰ ਦੀ ਸੱਤਾ ਨੂੰ ਛੱਡੋ, ਆਤਮਾ ਦੀ ਸੱਤਾ ਤੇ ਜਾਓ, ਤੁਸੀਂ ਹਮੇਸ਼ਾ ਆਨੰਦ ਵਿੱਚ ਰਹੋਗੇ। ਹਾਂਜੀ। ਪਰਮਹੰਸ ਸੋ ਕਹੀਐ ਰੂਪ, ਸਤ ਚੇਤਨ ਆਨੰਦ ਅਨੂਪ। ਭਾਈ ਪਾਰੋ ਜੀ, ਜਿਹੜਾ ਪਰਮਹੰਸ ਹੈ ਇਹ ਇੱਕ ਰੂਪ ਹੈ, ਇੱਕ ਅਵਸਥਾ ਹੈ। ਉਹ ਅਵਸਥਾ ਸਿੱਖ ਦੀ ਜਿਹਦੇ ਵਿੱਚ ਕੀ ਹੈ, ਸਤ ਚੇਤਨ ਆਨੰਦ ਤੇ ਅਨੂਪ। ਆਨੰਦ ਹੀ ਆਨੰਦ ਹੈ, ਉਪਮਾ ਤੋਂ ਰਹਿਤ ਹੈ। ਜਿੱਥੇ ਚੇਤਨਤਾ ਹੈ, ਜਿੱਥੇ ਹਮੇਸ਼ਾ ਸੱਤ ਹੈ, ਝੂਠ ਹੈ ਹੀ ਨਹੀਂ ਹੈ, ਉਸ ਅਵਸਥਾ ਦੇ ਵਿੱਚ ਜਿਹੜਾ ਜੀਵੇ ਉਹ ਪਰਮਹੰਸ ਹੋ ਸਕਦਾ ਹੈ। ਕਹਿਣ ਨੂੰ ਕੀ ਹੈ, ਕਹਿਣ ਨੂੰ ਤੇ ਮੈਂ ਵੀ ਕਹਿ ਦਾਂਗਾ, ਸਭ ਕਹਤੇ ਹੈ ਪਾਇਆ, ਘਾਟ ਨਾ ਕਿਨਹੀ ਕਹਾਇਆ। ਕਹਿਣ ਨਾਲ ਕੀ ਹੈ, ਕਹਿਣ ਨੂੰ ਤਾਂ ਹਰ ਬੰਦਾ ਕਹੀ ਜਾਂਦਾ ਮੇਰਾ ਤੇ ਗੁਰੂ ਘਰ ਨਾਲ ਬੜਾ ਹੀ ਪ੍ਰੇਮ ਹੈ ਜੀ, ਪਰ ਜਦੋਂ ਤੁਸੀਂ ਉਹਦੇ ਪ੍ਰੇਮ ਨੂੰ ਜਾ ਕੇ ਨੇੜੇ ਹੋ ਕੇ ਵੇਖੋਗੇ ਤੇ ਫਿਰ ਸਮਝ ਆਏਗੀ ਵੀ ਨਹੀਂ, ਇਹ ਇੱਕ ਬੜਾ ਸੁੱਖਾਂ ਕਰਕੇ ਜੁੜਿਆ ਹੋਇਆ ਇੱਕ ਮਨੁੱਖ ਹੈ। ਤੇ ਜਦੋਂ ਕਿਤੇ ਉਹਦੇ ਸੁੱਖ ਦੇ ਵਿੱਚ ਫਰਕ ਪਏਗਾ, ਫਿਰ ਤੁਸੀਂ ਉਹਦੀ ਅਵਸਥਾ ਵੇਖਿਓ ਜੀ। ਅਸੀਂ ਉਹਨਾਂ ਗੁਰਸਿੱਖਾਂ ਦੇ ਬੱਚੇ ਆ ਜਿਨ੍ਹਾਂ ਨੂੰ ਸਿਰਫ ਇਸ ਕਰਕੇ ਖੋਪਰੀ ਲਹਾਉਣੀ ਪਈ ਵੀ ਉਹ ਸਿੱਖ ਕਿਉਂ ਨੇ। ਬੰਦ ਵੀ ਕਟਾਉਣਾ ਪਿਆ, ਚਰਖੜੀ ਤੇ ਵੀ ਚੜ੍ਹਨਾ ਪਿਆ, ਪਰ ਅੱਜ ਤੁਹਾਨੂੰ ਹਜ਼ਾਰਾਂ ਉਹ ਬੰਦੇ ਮਿਲਣਗੇ। ਗਿਆਨੀ ਜੀ ਮੈਂ ਵੀ ਸਿੱਖ ਪਰਿਵਾਰ ਚੋਂ ਹੀ ਆ, ਫਿਰ ਵੇਖੀਦਾ ਵੀ ਹੋਇਆ ਕੀ ਹੈ। ਨਹੀਂ, ਉਹ 84 ਦੇ ਵਿੱਚ ਤੁਹਾਨੂੰ ਪਤਾ ਹੀ ਹੈ ਸਮਾਂ ਇਦਾਂ ਦਾ ਬਣਿਆ, ਵਾਲ ਕਟਾਉਣੇ ਪੈ ਗਏ। ਹਾਂ ਠੀਕ ਹੈ ਜੀ, ਸਮਾਂ ਮਾੜਾ ਸੀਗਾ ਜੀ, ਪੁੱਛੋ ਵੀ ਮੁੜ ਕੇ ਵਾਲ ਉੱਗੇ ਨਹੀਂ, ਨਹੀਂ ਵਾਲ ਤਾਂ ਉੱਗੇ ਨੇ ਜੀ। ਫਿਰ ਤਾਂ ਤੂੰ ਸਿੱਧਾ ਕਿਹਾ ਵੀ ਮੈਂ ਤਾਂ ਸ਼ੁਕਰ ਕੀਤਾ 84 ਆਈ ਤੇ ਮੈਂ ਮੁਕਤ ਹੋਇਆ, ਨਹੀਂ ਤਾਂ ਹੁਣ ਤੱਕ ਕੰਘੀ ਕਰਨੀ ਪੈਣੀ ਸੀ, ਜੂੜਾ ਬੰਨਣਾ ਪੈਣਾ ਸੀ, ਰੋਜ਼ ਪੱਗ ਸਜਾਉਣੀ ਪੈਣੀ ਸੀ। ਹੁਣ ਤੂੰ ਕਿਹੜੇ ਮੂੰਹ ਨਾਲ ਕਹਿ ਸਕਦਾ ਵੀ 84 ਮਾੜੀ ਹੈ, ਵੀ ਤੈਨੂੰ ਤਾਂ ਫਰੀडम ਮਿਲ ਗਈ, ਆਪਣੇ ਆਪ ਤੇ ਤੋਂ ਵਾਲ ਕਟਾ ਨਹੀਂ ਸੀ, ਉਹਨੇ 84 ਨੇ ਕਟਵਾਤੇ ਤੇਰੇ, ਤੈਨੂੰ ਤਾਂ ਮੌਜਾਂ ਲੱਗ ਗਈਆਂ। ਉਹ ਵੀ ਕਹੀ ਜਾਂਦਾ ਜੀ ਮੈਨੂੰ 84 ਦਾ ਮੁਆਵਜ਼ਾ ਚਾਹੀਦਾ। ਫਿਰ ਤੂੰ ਮੁਆਵਜ਼ਾ ਲੈ ਕੇ ਕੀ ਕਰਨਾ ਹੈ, ਵਾਲ ਰੱਖਣੇ ਨੇ ਮੁੜ ਕੇ? ਨਹੀਂ ਜੀ, ਤੇ ਤੂੰ ਤੇ ਆਪਣੀ ਜਾਨ ਬਚਾ ਕੇ ਪਰੇ ਹੋ ਗਿਆ, ਪਾਸੇ ਹੋ ਗਿਆ, ਤੂੰ ਕਿਸ ਗੱਲ ਦਾ ਕਲੇਮ ਕਰਦਾ ਹੈ ਬਈ? ਸਿੱਖ ਧਰਮ ਇਸ ਨੂੰ ਨਹੀਂ ਕਹਿੰਦੇ। ਧਰਮ ਇੱਕ ਵੱਖਰਾ ਰਸਤਾ ਸੀ।
ਔਰ ਉਹ ਰਸਤਾ ਇਹੀ ਹੈ। ਪਰਮਹੰਸ ਉਹ ਹੈ ਜਿਹੜਾ ਸਤ ਚੇਤਨ ਆਨੰਦ ਅਨੂਪ ਦੇ ਵਿੱਚ ਰਹਿੰਦਾ ਹੈ। ਹਾਂਜੀ। ਧਨ ਤੇ ਨਿਆਰੋ ਜਾਣੈ ਐਸੇ, ਮੰਦਰ ਬਿਖੈ ਬਸੈ ਕੋ ਜੈਸੇ। ਹੁਣ ਵੇਖੋ ਕਿੰਨੀ ਸੁੰਦਰ ਉਦਾਹਰਣ ਹੈ। ਆਤਮਾ ਤੇ ਸਰੀਰ ਕੀ ਹੈ? ਕਹਿੰਦੇ ਬੜੀ ਸੌਖੀ ਹੈ। ਤਨ ਤੇ ਨਿਆਰੋ ਜਾਨੋ ਐਸੇ। ਸਰੀਰ ਦਾ ਤੇ ਆਤਮਾ ਦਾ ਕੀ ਸੰਬੰਧ ਹੈ? ਕਹਿੰਦੇ ਇਹ ਸਮਝ ਲਓ ਵੀ ਇੱਕ ਕੋਠਾ ਹੈ ਤੇ ਇੱਕ ਕੋਠੇ ਵਿੱਚ ਰਹਿਣ ਵਾਲਾ ਬੰਦਾ ਹੈ। ਇੱਕ ਕਮਰਾ ਹੈ, ਇੱਕ ਕਮਰੇ ਵਿੱਚ ਰਹਿਣ ਵਾਲਾ ਕੋਈ ਵਿਅਕਤੀ, ਇੱਕ ਘਰ ਹੈ, ਇਹ ਘਰ ਦੇ ਵਿੱਚ ਰਹਿਣ ਵਾਲਾ ਕੋਈ ਜੀਵ ਹੈ। ਇਵੇਂ ਸਰੀਰ ਜਿਹੜਾ ਇਹ ਕੋਠਾ ਹੈ, ਇਹ ਕਮਰਾ ਹੈ, ਇਹ ਘਰ ਹੈ। ਆਤਮਾ ਉਹਦੇ ਵਿੱਚ ਇੱਕ ਜੀਵ ਹੈ ਜਿਹਨੇ ਆਪਣਾ ਉਸ ਨੂੰ ਘਰ ਬਣਾ ਕੇ ਉੱਥੇ ਵਸਣਾ ਕੀਤਾ ਹੈ। ਹਾਂਜੀ। ਤਿਸ ਕੋ ਆਪਣੋ ਰੂਪ ਪਛਾਨੈ, ਧਨ ਹੰਤਾ ਨਿਰਣੈ ਕਰ ਹਾਨੈ। ਇਸ ਕਰਕੇ ਤਿਸ ਕੋ ਆਪਣੋ ਰੂਪ ਪਛਾਨੈ। ਹੁਣ ਜਿਸ ਬੰਦੇ ਨੇ ਇਹ ਸਮਝ ਲਿਆ ਵੀ ਮੈਂ ਹੋਰ ਹਾਂ, ਮਕਾਨ ਹੋਰ ਹੈ, ਹੁਣ ਉਹਨੂੰ ਇਹ ਵੀ ਪਤਾ ਵੀ ਮਕਾਨ ਢੱਠ ਵੀ ਸਕਦਾ ਹੈ, ਡਿੱਗ ਵੀ ਸਕਦਾ ਹੈ, ਪੁਰਾਣਾ ਵੀ ਹੋ ਸਕਦਾ ਹੈ, ਮੈਨੂੰ ਤੋੜ ਕੇ ਨਵਾਂ ਵੀ ਬਣਾਉਣਾ ਪੈ ਸਕਦਾ ਹੈ। ਉਹ ਜਿਹੜਾ ਬੰਦਾ ਮੈਂਟਲੀ ਪ੍ਰਪੇਅਰਡ ਹੈ ਵੀ ਦਰਵਾਜ਼ੇ ਨੇ ਘੁਣ ਵੀ ਲੱਗ ਸਕਦਾ ਹੈ, ਲੋਹੇ ਦੇ ਨੇ ਇਹਨਾਂ ਨੂੰ ਜੰਗਾਲ ਵੀ ਲੱਗ ਸਕਦਾ ਹੈ, ਸੀਮਟ ਦੀਆਂ ਕੰਧਾਂ ਨੇ ਇਹਨਾਂ ਨੂੰ ਸਿੱਲਣ ਵੀ ਆ ਸਕਦੀ ਹੈ, ਸੀਮਟ ਡਿੱਗ ਵੀ ਸਕਦਾ ਹੈ, ਥੱਲੇ ਨੀਂਹ ਹੈ, ਥੱਲੇ ਹੋਰ ਕੋਈ ਆਵੇ ਦਿੱਕਤ, ਇਹ ਨੀਹਾਂ ਬਹਿ ਵੀ ਸਕਦੀਆਂ ਨੇ, ਲੈਂਟਰ ਡਿੱਗ ਵੀ ਸਕਦਾ ਹੈ। ਆਤਮਾ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਸਰੀਰ ਕਿਸੇ ਵੇਲੇ ਵੀ ਵਿਣਸ ਸਕਦਾ। ਜਿਵੇਂ ਅਸੀਂ ਆਪਣੇ ਘਰ ਦੇ ਪ੍ਰਤੀ ਅਸੀਂ ਹਮੇਸ਼ਾ ਸੁਚੇਤ ਰਹਿੰਦੇ ਹਾਂ। ਹਾਂਜੀ। ਸਮ ਮੰਦਰ ਕੇ ਜਾਨੋ ਨਿਆਰੇ, ਜੀਵਨ ਹੋਏ ਤਿਆਗ ਪਧਾਰੋ। ਤੇ ਜਿਹੜੇ ਲੋਕ ਸਿਆਣੇ ਹੁੰਦੇ ਨੇ ਉਹ ਕੀ ਕਰਦੇ ਨੇ? ਉਹ ਸਰੀਰ ਨੂੰ ਘਰ ਸਮਝਦੇ ਨੇ, ਆਤਮਾ ਨੂੰ ਆਪਣਾ ਆਪ ਸਮਝਦੇ ਨੇ। ਜਦੋਂ ਪੁਰਾਣਾ ਘਰ ਹੋ ਜਾਏ ਤੇ ਬੰਦੇ ਕੀ ਕਰਦੇ ਨੇ? ਪੁਰਾਣਾ ਘਰ ਜਾਂ ਢਾਹ ਦਿੰਦੇ ਨੇ ਜਾਂ ਵੇਚ ਕੇ ਨਵਾਂ ਮਕਾਨ ਲੈ ਕੇ ਉਧਰ ਚਲੇ ਜਾਂਦੇ ਨੇ। ਕਹਿੰਦੇ ਆਤਮਾ ਵੀ ਇਦਾਂ ਹੀ ਕਰਦੀ ਹੈ। ਜਦੋਂ ਸਰੀਰ ਬੁੱਢਾ ਹੋ ਗਿਆ, ਆਤਮਾ ਨੇ ਇਹਨੂੰ ਛੱਡ ਦੇਣਾ, ਉਹਨੇ ਦੂਜੇ ਸਰੀਰ ਲੈ ਲੈਣਾ ਹੈ। ਹੁਣ ਉਹ 'ਚ ਪਛਤਾਵਾ ਕਾਹਦਾ ਹੈ ਜੀ? ਜਦੋਂ ਤੁਸੀਂ ਨਵਾਂ ਬ੍ਰਾਂਡ ਘਰ ਲੈਂਦੇ ਹੋ ਤੇ ਫਿਰ ਤੁਸੀਂ ਕਦੇ ਪੁਰਾਣੇ ਘਰ ਦਾ ਦੁੱਖ ਮਹਿਸੂਸ ਕਰਦੇ ਹੋ? ਨਾ। ਨਵੇਂ ਘਰ ਦੇ ਜਸ਼ਨ ਹੁੰਦੇ ਨੇ। ਗਿਆਨੀ ਜੀ ਤੁਸੀਂ ਵੀ ਆਏ ਹੋ, ਅਸੀਂ ਨਵਾਂ ਘਰ ਲਿਆ ਹੈ, ਘਰ 'ਚ ਪ੍ਰਵੇਸ਼ ਕਰਨਾ ਹੈ, ਤੇ ਪੁੱਛੋ ਵੀ ਦੋ ਅਥਰੂ ਪੁਰਾਣੇ ਘਰ ਲਈ ਵੀ ਡੋਲ ਦਿਓ। ਤੁਹਾਡਾ ਜਨਮ ਉਸ ਪੁਰਾਣੇ ਘਰ ਵਿੱਚ ਹੋਇਆ, ਤੁਹਾਡੀਆਂ ਯਾਦਗਾਰਾਂ ਪੁਰਾਣੇ ਘਰ ਨਾਲ ਨੇ। ਉਹ ਨਹੀਂ ਗਿਆਨੀ ਜੀ ਹੁਣ ਬਹੁਤ ਬਹੁਤ ਪੁਰਾਣਾ ਹੋ ਗਿਆ, ਤੁਹਾਨੂੰ ਕੋਈ ਦੁੱਖ ਹੈ? ਤੁਸੀਂ ਕਹੋਗੇ ਜੀ ਨਹੀਂ। ਸਤਿਗੁਰੂ ਕਹਿੰਦੇ ਆਤਮਾ ਨੂੰ ਵੀ ਨਹੀਂ ਹੁੰਦਾ। ਜਦੋਂ ਸਰੀਰ ਪੁਰਾਣਾ ਹੋਏਗਾ, ਆਤਮਾ ਨੇ ਇਹਨੂੰ ਛੱਡ ਕੇ ਦੂਜੇ ਪਾਸੇ ਚਲੇ ਜਾਣਾ ਹੈ। ਸਰੀਰ ਅਨਿਤ ਹੈ, ਇਹ ਰੋਜ਼ ਰਹਿਣ ਵਾਲਾ ਨਹੀਂ ਹੈ। ਆਤਮਾ ਜਿਹੜੀ ਹੈ ਉਹ ਨਿਤ ਹੈ, ਉਹਨੇ ਤਾਂ ਹਮੇਸ਼ਾ ਹੀ ਰਹਿਣਾ ਹੈ ਭਾਈ। ਜਿਹੜੇ ਪਰਮਹੰਸ ਬਣਨਗੇ ਸਾਡੇ ਚੋਂ, ਉਹ ਜੀਵਨ ਵਿੱਚ ਇਦਾਂ ਹੀ ਰਹਿੰਦੇ ਨੇ। ਉਹਨਾਂ ਨੂੰ ਪਤਾ ਵੀ ਇੱਕ ਦਿਨ ਇਹ ਸਰੀਰ ਨੇ ਬੁੱਢਾ ਹੋਣਾ ਹੈ ਤੇ ਮੈਂ ਇਸ ਪੁਰਾਣੇ ਘਰ ਨੂੰ ਛੱਡ ਕੇ ਮੈਂ ਨਵੇਂ ਘਰ ਵਿੱਚ ਪ੍ਰਵੇਸ਼ ਕਰਨਾ ਹੈ। ਤੇ ਉਹ ਪੁਰਾਣੇ ਘਰ ਦਾ ਦੁੱਖ ਮਨਾਉਣ ਦੀ ਥਾਂ ਤੇ ਉਹ ਨਵੇਂ ਘਰ ਦੇ ਲਈ ਤਿਆਰੀ ਸ਼ੁਰੂ ਕਰ ਦਿੰਦਾ ਹੈ। ਤੇ ਨਵੇਂ ਘਰ ਦੀ ਤਿਆਰੀ ਇਹੋ ਹੀ ਹੈ ਕਿ ਭਾਈ ਫਿਰ ਇਸ ਪੁਰਾਣੇ ਘਰ ਵਿੱਚ ਬਹਿ ਕੇ ਜੇ ਕਮਾਈ ਕੀਤੀ ਹੋਏਗੀ ਤੇ ਨਵਾਂ ਘਰ ਖਰੀਦ ਲਓਗੇ, ਤੁਸੀਂ ਨਵੇਂ ਘਰ ਜੋਗੇ ਹੋ ਜਾਓਗੇ। ਨਹੀਂ ਤੇ ਪੁਰਾਣੇ ਘਰ ਦੇ ਬਾਲੇ ਡਿੱਗਣਗੇ, ਇੱਥੇ ਥੱਲੇ ਪੈ ਕੇ ਸਾਡੀ ਮੌਤ ਹੋਏਗੀ ਭਾਈ। ਪੁਰਾਣੇ ਘਰ ਦੇ ਵਿੱਚ ਬੈਠ ਕੇ ਜਿੰਨਾ ਕਮਾਈਆਂ ਕੀਤੀਆਂ ਨੇ, ਨਵੇਂ ਘਰ ਉਹਨਾਂ ਹੀ ਖਰੀਦੇ ਨੇ। ਨਵੇਂ ਘਰਾਂ ਦੇ ਗ੍ਰਹਿ ਪ੍ਰਵੇਸ਼ ਉਹਨਾਂ ਨੇ ਹੀ ਕੀਤੇ ਨੇ। ਜਿਨ੍ਹਾਂ ਨੇ ਪੁਰਾਣੇ ਘਰ ਵਿੱਚ ਆਪਣਾ ਸਭ ਕੁਝ ਲੁਟਾ ਲਿਆ, ਉਹਨਾਂ ਨੂੰ ਫਿਰ ਨਵਾਂ ਘਰ ਵੀ ਨਸੀਬ ਨਹੀਂ ਹੋਇਆ। ਸਵਾਸਾਂ ਰੂਪੀ ਪੂੰਜੀ ਲੈ ਕੇ ਆਪਾਂ ਆਉਂਦੇ ਆ, ਸ਼ੁਭ ਕਰਮਾਂ ਰੂਪੀ ਅਸੀਂ ਪਰਮਾਤਮਾ ਤੋਂ ਰਾਸ ਲੈ ਕੇ ਆਉਂਦੇ ਆ। ਜੇ ਤੈਨੂੰ ਵਧਾ ਲਵਾਂਗੇ ਤੇ ਨਵੇਂ ਘਰ ਮਿਲ ਜਾਣਗੇ ਭਾਈ। ਇਹ ਪਰ ਇਸ ਜੀਵਨ ਨੂੰ ਪਰਮਹੰਸ ਜਿਉਂਦੇ ਨੇ।
ਆਮ ਮਨੁੱਖੀ ਸਤ੍ਹਾ ਤੇ ਇਹ ਨਾ ਜਾਣਿਆ ਜਾ ਸਕਦਾ ਹੈ, ਨਾ ਜੀਵਿਆ ਜਾ ਸਕਦਾ ਹੈ। ਇਹਨੂੰ ਜਾਣਨ ਵਾਸਤੇ ਵੀ ਪਰਮਹੰਸ ਹੋਣਾ ਚਾਹੀਦਾ ਹੈ, ਤੇ ਜੀਵਨ ਜਿਉਣ ਵਾਸਤੇ ਵੀ ਕੋਈ ਪਰਮਹੰਸ ਹੀ ਜਿਹੜਾ ਹੈ ਉਹ ਇਸ ਸਰੀਰ ਤੋਂ ਫਿਰ ਕਮਾਈ ਕਰਦਾ ਹੈ। ਤੇ ਕਮਾਈ ਕੀ ਹੈ? ਇਹਨੂੰ ਰੋਜ਼ ਉਠਾਓ, ਲੈ ਕੇ ਜਾਓ ਗੁਰਦੁਆਰੇ। ਇਹਨੂੰ ਕਹੋ ਉੱਠ ਭਾਈ, ਇਸ਼ਨਾਨ ਪਾਣੀ ਕਰ। ਇਸ ਸਰੀਰ ਤੋਂ ਕੰਮ ਕਰਵਾ ਲਓ ਜੇ ਕਰਵਾ ਸਕਦੇ ਹੋ, ਨਹੀਂ ਤੇ ਇਹਦੇ ਤੇ ਬਿਲਸ ਜਾਣਾ ਹੈ। ਇਹ ਸਵੇਰੇ ਉੱਠ ਕੇ ਇਸ਼ਨਾਨ ਕਰੇ ਨਾ ਕਰੇ, ਗੁਰਦੁਆਰੇ ਜਾਵੇ ਨਾ ਜਾਵੇ, ਚੇਤਾ ਰੱਖੇ ਨੇ ਬੁੱਢਾ ਜ਼ਰੂਰ ਹੋ ਜਾਣਾ ਜੀ। ਬੁੱਢਾ ਹੋਇਆ ਤੇ ਇੱਕ ਦਿਨ ਇਹਨੇ ਤੁਹਾਨੂੰ ਲੈ ਕੇ ਮੰਜੀ ਤੇ ਵੀ ਬਹਿ ਜਾਣਾ ਜੀ। ਇੱਕ ਦਿਨ ਐਸਾ ਆਏਗਾ ਫਿਰ ਆਤਮਾ ਚਲੀ ਜਾਏਗੀ ਤੇ ਸਰੀਰ ਜਿਹੜਾ ਹੈ ਮਿੱਟੀ ਹੋ ਜਾਏਗਾ। ਇੰਨੇ ਕੁ ਸ਼ਬਦ ਪ੍ਰਵਾਨ ਕਰਨਾ ਜੀ। ਅੱਜ ਸਮਾਪਤ ਹੈ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ